हालेलुया हालेलुया हालेलुया। हालेलुया। प्रभु यीशु मसीह की, प्रभु यीशु मसीह की। सारी संगत, सारे परमेश्वर के दासां नूं, सब सुनने वालिਆਂ ਨੂੰ ਜੈ ਮਸੀਹ ਦੀ ਪਿਆਰੇ ਪ੍ਰਭੂ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ ਅੱਜ ਐਤਵਾਰ ਦਾ ਸਮਾਂ ਪ੍ਰਭੂ ਦਾ ਬਚਨ ਬੰਦਗੀ ਕਰ ਰਹੇ ਹਾਂ। ਆਓ ਅਸੀਂ ਪਰਮੇਸ਼ਰ ਦੇ ਬਚਨ ਨੂੰ ਪੜ੍ਹਦੇ ਹਾਂ। ਉਤਪਤੀ ਦੀ ਕਿਤਾਬ ਤੋਂ ਲੈ ਕੇ 2 ਅਧਿਆਏ ਉਸ ਦੇ 7 ਵਚਨ ਤੋਂ। ਸੋ ਪ੍ਰਭੂ ਦੇ ਬਚਨ ਦੇ ਵਿੱਚ ਜੋ ਲਿਖਿਆ ਉਸ ਦੇ ਅਨੁਸਾਰ ਇਸ ਵਿਸ਼ੇ ਤੇ ਅਸੀਂ ਵਚਨ ਪੜਾਂਗੇ ਕਿ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਵੀ ਤੁਸੀਂ ਮੇਰੇ ਹੁਕਮ ਦੇ ਅੰਦਰ ਰਹਿਣਾ। ਜੇਕਰ ਮੇਰੇ ਹੁਕਮ ਦੇ ਅੰਦਰੋਂ ਤੁਸੀਂ ਬਾਹਰ ਜਾਓਗੇ, ਆਨਾਗਿਆਕਾਰੀ ਕਰੋਗੇ ਤੇ ਤੁਹਾਡੇ ਤੇ ਬਵਾ ਤੇ ਸਜ਼ਾਵਾਂ ਆਉਣਗੀਆਂ। ਤੁਸੀਂ ਆਤਮਿਕ ਤੌਰ ਤੇ ਮੇਰੇ ਤੋਂ ਦੂਰ ਹੋ ਜਾਓਗੇ, ਭਾਵ ਨੰਗੇ ਹੋ ਜਾਓਗੇ ਤੁਸੀਂ। ਹਾਲੇਲੂਇਆ। 7 ਐਤ ਪੜ੍ਹੀਏ 2 ਦੀ। ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਹਾਲੇਲੂਇਆ ਹਾਲੇਲੂਇਆ। ਸੋ ਧੰਨਵਾਦ ਹੋ ਪਿਆਰੇ ਪ੍ਰਭੂ ਯਿਸੂ ਮਸੀਹ ਦਾ। ਅਸੀਂ ਪ੍ਰਭੂ ਦਾ ਬਚਨ ਪੜਿਆ। ਸੋ ਲਿਖਿਆ ਕਿ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਸੋ ਮੇਰੇ ਜੀਜੋ, ਇਸ ਬਚਨ ਦੇ ਵਿੱਚ ਅਸੀਂ ਇਹ ਅੱਛੀ ਤਰ੍ਹਾਂ ਦੇਖਣਾ ਆ ਕਿ ਪਰਮੇਸ਼ਵਰ ਨੇ ਆਦਮੀ ਨੂੰ ਹੁਕਮ ਕੀ ਦਿੱਤਾ ਤੇ ਆਦਮ ਕੀ ਕਰਦਾ ਸੀ। ਆਦਮ ਨੇ ਅਨਾਗਿਆਕਾਰੀ ਕੀਤੀ ਪਰਮੇਸ਼ਵਰ ਦੇ ਹੁਕਮ ਦੀ। ਅਨਾਗਿਆਕਾਰੀ ਦੀ ਸਜ਼ਾ ਕਿ ਪਰਮੇਸ਼ਵਰ ਤੋਂ ਦੂਰ ਹੋ ਜਾਣਾ ਅਤੇ ਉਹਦੇ ਤੇ ਸਜ਼ਾਵਾਂ ਆਉਣੀਆਂ, ਆਪਣੀ ਜ਼ਿੰਦਗੀ 'ਚ ਸੰਕਟ ਝੇਲੀ ਜਾਣਾ। ਅਨਾਗਿਆਕਾਰੀ ਦੀ ਸਜ਼ਾ ਆ ਉਹ। ਇਸ ਤੋਂ ਆਤਮਿਕ ਤੌਰ ਤੇ ਇਨਸਾਨ, ਬਾਈਬਲ 'ਚ ਲਿਖਿਆ ਕਿ ਮਨੁੱਖ ਜਦੋਂ ਕਿਸੇ ਅਦਰ ਫਲ ਤੋਂ, ਹਾਂਜੀ ਅਗਲਾ ਵਚਨ ਪੜ੍ਹੀਏ ਸੀ 8 ਤੋਂ। ਤਾਂ ਯਹੋਵਾ ਪਰਮੇਸ਼ਵਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਜਿਹਨੂੰ ਉਸਨੇ ਰਚਿਆ ਸੀ ਰੱਖਿਆ। ਅਤੇ ਯਹੋਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ, ਹਰ ਖਾਣ ਵਿੱਚ ਚੰਗਾ ਸੀ, ਅਤੇ ਬਾਗ ਦੇ ਵਿਚਕਾਰ ਜੀਵਨ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ। ਹਾਲੇਲੂਇਆ ਹਾਲੇਲੂਇਆ। ਸੋ ਪ੍ਰਭੂ ਦਾ ਬਚਨ ਦੱਸਦਾ ਸਾਨੂੰ ਕਿ ਪਰਮੇਸ਼ਵਰ ਨੇ ਆਦਮੀ ਦੀ ਜਦੋਂ ਰਚਨਾ ਕੀਤੀ, ਇਕੱਲੇ ਆਦਮੀ ਦੀ ਰਚਨਾ ਜੇ ਕੀਤੀ ਸੀ ਤਾਂ ਉਸਨੇ ਆਦਮੀ ਨੂੰ ਤਿਆਰ ਕਰਕੇ ਬਣਾ ਕੇ ਪਰਮੇਸ਼ਵਰ ਨੇ ਪੂਰਬ ਦੇ ਵੱਲ ਇੱਕ ਅਦਨ ਬਾਗ ਲਾਇਆ ਤੇ ਅਦਨ ਦੇ ਵਿੱਚ ਪਰਮੇਸ਼ਵਰ ਨੇ ਉਸ ਬੰਦੇ ਨੂੰ ਛੱਡਿਆ ਜਿਸ ਨੂੰ ਉਸਨੇ ਰਚਿਆ ਸੀ। ਤਾਂ ਪਰਮੇਸ਼ਵਰ ਨੇ ਆਗਿਆ ਦਿੱਤੀ ਅਤੇ ਯਹੋਵਾ ਪਰਮੇਸ਼ਵਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਔਰ ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਨ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ। ਹਾਲੇਲੂਇਆ। ਸੋ ਮੇਰੇ ਜੀਜੋ, ਅਸੀਂ ਪਰਮੇਸ਼ਵਰ ਦਾ ਬਚਨ ਇਸ ਜਗ੍ਹਾ ਤੇ ਸਮਝਦੇ ਹਾਂ ਕਿ ਜਿਹੜਾ ਪਰਮੇਸ਼ਵਰ ਨੇ ਬਾਗ ਲਾਇਆ, ਅਦਨ ਬਾਗ ਲਾਇਆ, ਪੂਰਬ ਵਾਲੇ ਪਾਸੇ ਦੇ ਵਿੱਚ ਅਦਨ ਵਿੱਚ ਬਾਗ ਲਗਾ ਦਿੱਤਾ। ਸੋ ਉਸ ਬਾਗ ਦੇ ਅੰਦਰ ਅੱਜ ਵੀ ਆਪਾਂ ਜਿਹੜੇ ਬਾਗ ਲਾਉਂਦੇ ਹਾਂ ਤੇ ਬਾਗਾਂ ਦੇ ਦਰਮਿਆਨ ਇਕੱਲੇ ਫਲਾਂ ਵਾਲੇ ਬਾਗ ਹੀ ਲੱਗਦੇ, ਉਹਦੇ 'ਚ ਹੋਰ ਕੋਈ ਫਸਲ ਬੀਜੀ ਨਹੀਂ ਜਾਂਦੀ। ਕਾਨੂੰਨ ਦੇ ਅਨੁਸਾਰ ਇਕੱਲੇ ਬਾਗ ਹੀ ਲੱਗਦੇ ਨੇ ਅਤੇ ਬਾਗਾਂ ਵਿੱਚ ਹੋਰ ਕੋਈ ਫਸਲ ਬੀਜੀ ਨਹੀਂ ਜਾਂਦੀ। ਜੇ ਕੋਈ ਬੀਜਦਾ ਤੇ ਉਹ ਆਪਣੀ ਮਰਜ਼ੀ ਨਾਲ ਬੀਜਦਾ ਤੇ ਪਰਮੇਸ਼ਰ ਦਾ ਉਹਦੇ 'ਚ ਕੋਈ ਹੁਕਮ ਨਹੀਂ ਹੈਗਾ। ਕਿ ਜਿਸ ਤਰ੍ਹਾਂ ਅਦਨ ਬਾਗ ਦੇ ਵਿੱਚ ਪੜ੍ਹਦੇ ਹਾਂ ਕਿ ਇਕੱਲੇ ਉਹ ਬਿਰਛ ਲਗਾਏ ਆ ਜਿਹੜੇ ਖਾਣ ਵਿੱਚ ਸਵਾਦ ਸੀ, ਚੰਗੇ ਸੀ ਤੇ ਵੇਖਣ ਵਿੱਚ ਵੀ ਸੁੰਦਰ ਅਤੇ ਸੋਹਣੇ ਸੀ। ਸੋ ਅਗਲਾ ਵਚਨ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ, ਪਰਮੇਸ਼ਵਰ ਨੇ ਵਿਚਕਾਰ ਬਾਗ ਦੇ 2 ਬਿਰਛ ਲਗਾਏ, ਇੱਕ ਜਿਉਣ ਦਾ ਬਿਰਛ ਤੇ ਇੱਕ ਭਲੇ ਤੇ ਬੁਰੇ ਦੀ ਸਿਆਣ ਵਾਲਾ ਬਿਰਛ ਲਗਾਇਆ ਸੀ। ਸੋ ਮੇਰੇ ਜੀ, ਜੋ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਲੋਕ ਕਹਿੰਦੇ ਨੇ, ਕਈ ਕੋਈ ਕਣਕ ਦਾ ਬੂਟਾ ਸੀਗਾ, ਕੋਈ ਕਹਿੰਦਾ ਨਾਰਾਂ ਦਾ ਬੂਟਾ ਸੀ, ਕੋਈ ਕਹਿੰਦਾ ਹੋਰ ਫਲ ਸੀਗਾ, ਕੋਈ ਕਹਿੰਦਾ ਹੋਰ ਫਲ ਸੀ। ਜਿਸ ਤਰ੍ਹਾਂ ਕਿਸੇ ਨੂੰ ਪਰਮੇਸ਼ਰ ਸਮਝ ਦਿੰਦਾ ਉਹ ਉਵੇਂ ਹੀ ਬੋਲ ਸਕਦਾ।
ਪਰ ਅਸਲੀਅਤ ਇਹ ਕਿ ਪਰਮੇਸ਼ਵਰ ਨੇ ਜਿਵੇਂ ਮੈਨੂੰ ਸਮਝਾਇਆ ਉਸ ਸਮਝ ਦੇ ਅਨੁਸਾਰ ਤਾਂ ਇਹ ਹੈ, ਨਾ ਹੀ ਉੱਥੇ ਕਣਕ ਸੀ ਅਤੇ ਨਾ ਹੀ ਉੱਥੇ ਇਕੱਲੇ ਨਾਰਾਂ ਦਾ ਜ਼ਿਕਰ ਆ। ਉੱਥੇ ਇਹ ਜ਼ਿਕਰ ਆ ਕਿ ਦੋ ਬਿਰਸ਼ ਉਹ ਲਗਾਇਆ ਸੀ, ਇੱਕ ਜੀਵਨ ਦਾ ਬਿਰਸ਼, ਇੱਕ ਭਲੇ ਤੇ ਬੁਰੇ ਦੀ ਸਿਆਣ ਦਾ ਬਿਰਸ਼ ਉੱਥੇ ਲਗਾਇਆ ਸੀ। ਬਾਕੀ ਉਹਨਾਂ ਬਿਰਸ਼ਾਂ ਤੋਂ ਨਹੀਂ ਸੀ ਪਰਮੇਸ਼ਰ ਨੇ ਖਾਣ ਦਾ ਆਰਡਰ ਦਿੱਤਾ, ਖਾਸ ਕਰਕੇ ਬੁਰੇ ਤੇ ਭਲੇ ਦੀ ਪਛਾਣ ਵਾਲੇ ਬਿਰਸ਼ ਤੋਂ ਨਹੀਂ ਸੀ ਖਾਣਾ। ਔਰ ਬਾਕੀ ਸਾਰੇ ਬਿਰਸ਼ਾਂ ਤੋਂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਅਸੀਂ ਖਾ ਸਕਦੇ ਸਾਂ। ਔਰ ਜੋ ਵੀ ਉੱਥੇ ਬਿਰਸ਼ ਲਗਾਇਆ ਗਿਆ ਸੀ ਖਾਣ ਵਿੱਚ ਵੀ ਚੰਗਾ ਸੀ ਤੇ ਵੇਖਣ ਵਿੱਚ ਵੀ ਸੁੰਦਰ ਸੀ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਪਰਮੇਸ਼ਵਰ ਨੇ ਆਗਿਆ ਦਿੱਤੀ ਸੀ ਪਹਿਲਾਂ ਹੀ ਕਿ ਤੁਸੀਂ ਉਸ ਫਲ ਤੋਂ ਖਾਣਾ, ਪਰ ਜਿਸ ਦਿਨ ਤੁਸੀਂ ਭਲੇ ਤੇ ਬੁਰੇ ਦੀ ਸਿਆਣ ਵਾਲੇ ਤੋਂ ਖਾ ਜਾਓਗੇ ਤੇ ਉਦਣ ਹੀ ਤੁਹਾਡੀ ਮ੍ਰਿਤੂ ਹੋ ਜਾਵੇਗੀ। ਸੋ ਅਸੀਂ ਬਚਨ ਪੜ੍ਹਦੇ ਹਾਂ 15 ਤੋਂ, ਇਸੇ 2 ਦੀ 15, 16, 17 ਚ। ਯਹੋਵਾ ਪਰਮੇਸ਼ਵਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਸ਼ ਤੋਂ ਤੂੰ ਨਿਸੰਗ ਖਾਈ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਸ਼ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਆਮੇਨ। ਹਾਲੇਲੂਇਆ। 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 ਸੋ ਧੰਨਵਾਦ ਹੋ ਪਰਮੇਸ਼ਵਰ ਦਾ, ਇਸ ਬਚਨ ਨੇ ਆਪਾਂ ਨੂੰ ਸਮਝਾਇਆ। ਯਹੋਵਾ ਪਰਮੇਸ਼ਵਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। ਪਰਮੇਸ਼ਵਰ ਨੇ ਇਹ ਵੀ ਕਿਹਾ ਵੀ ਜਿਹੜਾ ਬਾਗ ਮੈਂ ਲਗਾਇਆ ਉਹਦੇ ਵਿੱਚ ਤੈਨੂੰ ਛੱਡਿਆ ਆ, ਉਸ ਦੀ ਦੇਖਭਾਲ ਕਰਨੀ, ਰਾਖੀ ਵੀ ਕਰਨੀ ਆ ਤੇ ਉਹਦੀ ਵਾਹੀ ਵੀ ਕਰਨੀ ਆ, ਵਾਹੀ ਵੀ ਕਰਨੀ ਆ ਅਤੇ ਉਹਦੀ ਰਾਖੀ ਕਰਨੀ ਅੱਛੇ ਤਰੀਕੇ ਨਾਲ। ਸੋ ਪ੍ਰਭੂ ਨੇ 16 ਵਚਨ ਦੱਸਿਆ, ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਸ਼ ਤੋਂ ਤੂੰ ਨਿਸੰਗ ਖਾਈ। ਸੋ ਪ੍ਰਭੂ ਕਹਿੰਦਾ ਵੀ ਬਾਗ ਦੇ ਵਿੱਚ ਜਿੰਨੇ ਵੀ ਬਿਰਸ਼ ਲੱਗੇ ਨੇ, ਜਿੰਨੇ ਵੀ ਫਲ ਲੱਗੇ ਹੋਏ ਆ, ਤੇ ਸਾਰੇ ਫਲਾਂ ਤੋਂ, ਸਾਰੇ ਬਿਰਸ਼ਾਂ ਤੋਂ ਤੂੰ ਫਲ ਲੈ ਕੇ ਖਾ ਸਕਦਾ ਆ, ਪਰ ਯਾਦ ਰੱਖੀ ਭਲੇ ਬੁਰੇ ਦੀ ਸਿਆਣ ਦੇ ਬਿਰਸ਼ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਹਾਲੇਲੂਇਆ। ਉਹ ਜੀਵਨ ਦਾ ਬਿਰਸ਼ ਵੀ ਪਰਮੇਸ਼ਰ ਨੇ ਅਲੱਗ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਭਲੇ ਤੇ ਬੁਰੇ ਦੀ ਸਿਆਣ ਵਾਲਾ ਜੋ ਬਿਰਸ਼ ਆ ਉਸ ਤੋਂ ਤੂੰ ਬਿਲਕੁਲ ਨਹੀਂ ਖਾਣਾ, ਜੇਕਰ ਤੂੰ ਉਸ ਤੋਂ ਖਾਵੇਂਗਾ ਤੇ ਜ਼ਰੂਰ ਮਰ ਜਾਏਗਾ। ਮਰ ਜਾਣ ਦਾ ਮਤਲਬ ਇਹ ਨਹੀਂ ਕਿ ਉਹਨੇ ਉੱਥੇ ਖਤਮ ਹੋ ਜਾਣਾ ਆ। ਆਤਮਿਕ ਤੌਰ ਤੇ ਉਹਨੂੰ ਆਰਡਰ ਸੀ ਵੀ ਆਤਮਿਕ ਤੌਰ ਤੇ ਤੂੰ ਮਰ ਜਾਣਾ, ਮੇਰੇ ਤੋਂ ਤੂੰ ਅਲੱਗ ਹੋ ਜਾਣਾ ਆ ਤੇ ਮੈਂ ਤੇਰੇ ਤੋਂ ਅਲੱਗ ਹੋ ਜਾਣਾ, ਤੇਰਾ ਮੇਰਾ ਪਿਓ ਪੁੱਤਰ ਵਾਲਾ ਰਿਸ਼ਤਾ ਰਹਿਣਾ ਨਹੀਂ ਆ। ਹਾਲੇਲੂਇਆ। ਹਾਲੇਲੂਇਆ। ਸੋ ਰਹੀ ਗੱਲ ਮੇਰੇ ਜੀਜੋ ਕਿ ਇਸ ਜਗ੍ਹਾ ਤੇ ਪਰਮੇਸ਼ਵਰ ਨੇ ਜਦੋਂ ਆਗਿਆ ਦਿੱਤੀ ਸੀ, ਇਸ ਬੰਦੇ ਨੇ ਉੱਥੇ ਹੁਕਮਦੂਲੀ ਇਹਦੇ ਤੋਂ ਕੀਤੀ ਗਈ। ਹਾਲੇਲੂਇਆ। ਹੁਕਮਦੂਲੀ ਕੀਤੀ ਗਈ। ਸੋ ਅਸੀਂ 3 ਵਚਨ ਪੜ੍ਹੀਏ, 3 ਬਾਬ ਦੀ ਪਹਿਲੀ ਅਧ ਪੜ੍ਹੀਏ। ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਦਰ ਸੀ, ਅਤੇ ਉਸਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਸ਼ ਤੋਂ ਤੁਸੀਂ ਨਾ ਖਾਓ। ਪੜ੍ਹੋ। ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਸ਼ਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਸ਼ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਸ਼ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ। ਤਦ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ
ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਤ ਬਣਾਏ। Amen. Hallelujah. 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 ਹਾਲੇਲੂਇਆ। ਸੋ ਮੇਰੇ ਜੀ, ਜੋ ਪਰਮੇਸ਼ਰ ਦਾ ਬਚਨ ਸਾਨੂੰ ਦੱਸਦਾ ਆ, ਅਸੀਂ ਇਸ ਬਚਨ ਨੂੰ ਧਿਆਨ ਨਾਲ ਪੜ੍ਹ ਲਈਏ, ਕਿਉਂਕਿ ਇਨਸਾਨ ਕਦੇ ਵੀ ਇੰਨਾ ਗਿਆਨਵਾਨ ਨਹੀਂ ਹੁੰਦਾ, ਇੰਨਾ ਬੁੱਧਵਾਨ ਨਹੀਂ ਹੁੰਦਾ ਕਿ ਉਹਦੇ ਤੋਂ ਵੱਧ ਕੋ ਨਾ ਜਾਣੇ। ਮੇਰੇ ਤੋਂ ਵੱਧ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਦਾਸ ਬਚਨ ਜਾਣਦੇ ਹੋਣਗੇ, ਪੜ੍ਹਦੇ ਹੋਣਗੇ ਤੇ ਬਹੁਤਾ ਸੁੰਦਰ ਪ੍ਰਚਾਰ ਕਰ ਸਕਦੇ ਹੋਣਗੇ। ਪਰ ਸਵਾਲ ਹੈ ਕਿ ਅਲੱਗ-ਅਲੱਗ ਸਮਝ ਪਰਮੇਸ਼ਰ ਨੇ ਦਿੱਤੀ ਆ, ਅਲੱਗ-ਅਲੱਗ ਸੇਵਕਾਈ ਦਿੱਤੀ ਆ। ਉਹਦੇ ਅਨੁਸਾਰ ਹਰ ਇਨਸਾਨ ਜੋ ਪ੍ਰਭੂ ਨੇ ਦਿੱਤਾ ਉਸ ਨੂੰ ਪ੍ਰਚਾਰ ਕਰਦਾ। ਸੋ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ। ਉਧਰ ਅਸੀਂ ਬਚਨ 17 ਦੇ ਵਿੱਚ ਲਾਸਟ ਪੜ੍ਹਿਆ ਸੀ, ਪ੍ਰਭੂ ਨੇ ਦੱਸਿਆ, ਪਰ ਬੁਰੇ ਭਲੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਹਾਲੇਲੂਇਆ। ਹਾਲੇਲੂਇਆ। ਸੋ ਬਚਨ ਦੱਸਦਾ ਕਿ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਬਾਗ ਦੇ ਵਿੱਚ ਰੱਖਿਆ, ਬਾਗ ਦੇ ਵਿੱਚ ਰੱਖਿਆ ਤੇ ਦੋਨੋਂ ਉਸ ਜਗ੍ਹਾ ਤੇ ਸੇਵਾ ਕਰਦੇ ਸਨ, ਉਹਦੀ ਰਾਖੀ ਵੀ ਕਰਦੇ ਸੀ ਤੇ ਉਹਦੀ ਬਹਾਈ ਵੀ ਕਰਦੇ ਸੀ ਅਤੇ ਉਸ ਤੋਂ ਖਾਂਦੇ ਪੀਂਦੇ ਸਨ। ਹੋਰ ਕੋਈ ਇਹਨਾਂ ਦੇ ਕੋਲੇ ਉਸ ਵਕਤ ਸੰਤਾਨ ਨਹੀਂ ਸੀ। ਸੋ ਬਾਣੀ ਦੱਸਦੀ ਆ ਕਿ ਦੋਨੋਂ ਜੀ ਬਾਗ ਦੇ ਅਲੱਗ-ਅਲੱਗ ਹਿੱਸਿਆਂ ਤੇ ਅਲੱਗ-ਅਲੱਗ ਬਾਗ ਦੇ ਵਿੱਚ ਘੁੰਮਦੇ ਤੇ ਉਹਦੀ ਰਾਖੀ ਕਰਦੇ ਸਨ। ਸੋ ਮੇਰੇ ਜੀ, ਜੋ ਬਾਣੀ ਦੱਸਦੀ ਆ ਕਿ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਾਤਰ ਸੀ, ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਪਰ ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਸ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਹਾਲੇਲੂਇਆ। ਹਾਲੇਲੂਇਆ। ਸੋ ਮੇਰੇ ਜੀਜੋ, ਪਹਿਲਾਂ ਔਰਤ ਨੂੰ ਆ ਕੇ ਸੱਪ ਨੇ ਸਵਾਲ ਕੀਤਾ ਤੇ ਜੋ ਪਰਮੇਸ਼ਵਰ ਦੀ ਆਗਿਆ ਸੀ ਔਰਤ ਨੇ ਦੱਸ ਦਿੱਤੀ, ਤਾਂ ਵੀ ਇਹ ਸਾਨੂੰ ਆਗਿਆ। ਪਰ ਉਸ ਜਗ੍ਹਾ ਤੇ ਸੱਪ ਨੇ ਆਪਣਾ ਵੀ ਦਿਮਾਗ ਜਿਹੜਾ ਬੁਰੇ ਤਰ੍ਹਾਂ ਕਨਵਰਟ ਕਰ ਲਿਆ ਤੇ ਔਰਤ ਦੇ ਦਿਮਾਗ ਨੂੰ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ। ਸੋ ਜੋ ਇਸ ਵਚਨ ਦੇ ਵਿੱਚ ਅਸਲੀ ਜੋ ਮੈਨੂੰ ਪਰਮੇਸ਼ਰ ਨੇ ਦੱਸਿਆ ਉਹ ਮੈਂ ਦੱਸਣ ਜਾ ਰਿਹਾ। ਇਸ ਵਚਨ ਪੜ੍ਹਨ ਤੋਂ ਬਾਅਦ ਮੈਂ ਦੱਸਦਾ ਆ। ਹਾਲੇਲੂਇਆ। ਹਾਲੇਲੂਇਆ। ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਸਗੋਂ ਪਰਮੇਸ਼ਰ ਜਾਣਦਾ ਕਿ ਜਿਸ ਦਿਨ ਤੁਸੀਂ ਇਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਤਾਂ ਤੀਵੀਂ ਨੇ ਆਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ, ਅਤੇ ਉਹ ਪਰਮੇਸ਼ਰ ਬਿਰਛ ਬੁੱਧ ਦੇਣ ਲਈ ਲੋੜੀਂਦਾ ਹੈ। ਤਾਂ ਉਸਨੇ ਉਹਦੇ ਫਲਾਂ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਵੀ ਖਾਧਾ। ਤਦ ਦੋਵਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣ ਲਿਆ, ਭਾਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਲੈ ਕੇ ਆਪਣੇ ਤਹਿਮਤ ਬਣਾਏ ਅਤੇ ਬਾਗ ਦੇ ਵਿੱਚ ਲੁਕ ਗਏ। ਹਾਲੇਲੂਇਆ। 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 ਪਰਮੇਸ਼ਵਰ ਦੇ ਹਜ਼ੂਰੋਂ ਉਹ ਲੁਕ ਗਏ। ਹਾਲੇਲੂਇਆ। ਹਾਲੇਲੂਇਆ। ਸੋ ਸਵਾਲ ਆ ਮੇਰੇ ਜੀਜੋ ਹੁਣ ਇਸ ਪਵਿੱਤਰ ਬਚਨ ਦਾ ਕਿ ਅਸੀਂ ਕਈ ਵਾਰ ਇਹ ਬਚਨ ਪੜ੍ਹਦੇ ਆ ਤੇ ਸੁਣਦੇ ਤੇ ਸੁਣਾਉਂਦੇ ਵੀ ਆ ਕਿ ਕਹਿੰਦੇ ਆ ਕਿ ਸੱਪ ਬੜਾ ਚਲਾਕ ਸੀ। ਉਸ ਸੱਪ ਨੇ ਪਰਮੇਸ਼ਵਰ ਤੋਂ ਚੋਰੀ ਆਦਮ ਤੇ ਹਵਾ ਨੂੰ ਜਾ ਕੇ ਭਰਮਾਇਆ। ਔਰਤ ਜਿਹੜੀ ਇੱਕ ਪਾਸੇ ਬਾਗ ਦੇ ਸੇਵਾ ਕਰਦੀ ਅਤੇ ਉਹਦੀ ਰਾਖੀ ਕਰਦੀ ਸੀ, ਤਾਂ ਉਧਰ ਸੱਪ ਚਲੇ ਗਿਆ। ਔਰ ਸੱਪ ਮੇਰੇ ਜੀਜੋ ਚਲੇ ਗਿਆ ਸੀ। ਮੰਨ ਲਿਆ ਕਿ ਸੱਪ ਬੜਾ ਚਲਾਕ ਆ। ਸੱਪ ਨਹੀਂ ਚਲਾਕ ਸੀ, ਸੱਪ ਦੇ ਵਿੱਚ ਜਿਹੜਾ ਲੂਸੀਫਰ ਫਰਿਸ਼ਤਾ ਸੀ ਉਹ ਸ਼ੈਤਾਨ ਅਰਥਾਤ ਚਲਾਕ ਸੀ। ਹਾਲੇਲੂਇਆ। ਸੱਪ ਦਾ ਤਾਂ ਕੇਵਲ ਇੰਨਾ ਹੀ ਰੋਲ ਆ ਕਿ ਉਹ ਬਾਡੀ ਸੀ ਤੇ ਉਹਨੂੰ ਵਰਤਣ ਵਾਲਾ ਕੋਈ ਹੋਰ ਸੀ। ਸੱਪ ਚਲਾਕ ਜ਼ਰੂਰ ਆ, ਦੂਸਰੇ ਜਾਨਵਰਾਂ ਨਾਲੋਂ ਚਾਤਰ ਆ, ਬੜਾ ਤੇਜ਼ ਆ, ਪਰ ਇਹਨੂੰ ਹੋਰ ਤੇਜ਼ ਬਣਾਉਣ ਵਾਲਾ ਇੱਕ ਹੋਰ ਇਨਸਾਨ ਆ, ਅਰਥਾਤ ਉਹ ਫਰਿਸ਼ਤਾ, ਉਹ ਲੂਸੀਫਰ ਫਰਿਸ਼ਤਾ। ਉਹ ਫਰਿਸ਼ਤਾ ਕਿਵੇਂ ਦੇ ਕੋਲ ਆਇਆ? ਅਸੀਂ ਇਹ ਨਹੀਂ ਮੈਂ ਕਹੂੰਗਾ ਕਿ ਉਹ ਪਰਮੇਸ਼ਵਰ ਤੋਂ ਬਹੁਤ ਜ਼ਿਆਦਾ ਜਾਣਕਾਰ ਸੀ, ਉਹ ਚਾਤਰ ਸੀ, ਪਰਮੇਸ਼ਵਰ ਤੋਂ ਉਹਲੇ ਚਲਿਆ ਗਿਆ, ਪਰਮੇਸ਼ਵਰ ਨਹੀਂ ਸੀ ਜਾਣਦਾ, ਮੈਂ ਨਹੀਂ ਕਹਾਂਗਾ।
ਪਰਮੇਸ਼ਰ ਸਭ ਕੁਝ ਜਾਣਦਾ ਸੀ। ਜਦ ਅਸੀਂ ਪਹਿਲੇ ਬਾਪ ਨੂੰ ਪੜ੍ਹਦੇ ਹਾਂ ਜਾ ਕੇ ਤਾਂ ਉਸ ਵਿੱਚ ਅਸੀਂ ਦੇਖਦੇ ਹਾਂ 27 ਵਚਨ 'ਚ, ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ ਤੇ ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਹਾਲੇਲੂਇਆ, ਹਾਲੇਲੂਇਆ। ਤੋ 28 ਵਚਨ 'ਚ ਲਿਖਿਆ, ਯਹੋਵਾ ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ, ਫਲੋ ਔਰ ਵਧੋ ਔਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਔਰ ਸਾਰੇ ਧਰਤੀ ਪਰ ਘਿਸਣ ਵਾਲਿਆਂ ਜੀਆਂ ਉੱਤੇ ਰਾਜ ਕਰੋ। ਸੋ ਇਧਰ ਪਰਮੇਸ਼ਵਰ ਨੇ ਆਗਿਆ ਦਿੱਤੀ ਸੀ ਭਈ ਤੁਸੀਂ ਵਧੋ ਤੇ ਫਲੋ ਤੇ ਧਰਤੀ ਨੂੰ ਭਰ ਦਿਓ। ਜਦ ਇਹ ਸਭ ਕੁਝ ਪਰਮੇਸ਼ਰ ਨੇ ਰਚਨਾ ਕਰ ਦਿੱਤੀ ਸੀ, ਮੈਟਰ ਬਣਾਇਆ ਸੀ, ਨਕਸ਼ਾ ਬਣਾਇਆ ਦੁਨੀਆ ਦਾ ਤੇ ਜੀਵ ਮਨੁੱਖ ਜਾਤੀ ਨੂੰ ਰਚਣ ਦਾ, ਜੀਵ ਜੰਤੂ ਰਚਣ ਦਾ, ਪਾਣੀ ਸਭ ਕੁਝ ਅਲੱਗ ਅਲੱਗ ਕਰਨ ਦਾ ਮੈਟਰ ਬਣਾਇਆ ਸੀ ਪਰਮੇਸ਼ਰ ਨੇ। ਤਾਂ ਪਰਮੇਸ਼ਰ ਚਾਹੁੰਦਾ ਸੀ ਵੀ ਮੈਂ ਸਾਰੇ ਤੇ ਖੁਦ ਮੁਖਤਿਆਰ ਨਾ ਹੋਵਾਂ, ਮੈਂ ਪਰਮੇਸ਼ਰ ਦੇ ਥਾਂ ਤੇ ਖੁਦ ਅਲੱਗ ਰਹਾਂ ਅਤੇ ਮੈਂ ਆਪਣੇ ਫਰਿਸ਼ਤਿਆਂ ਵਿੱਚੋਂ ਜਿਹੜਾ ਵੱਡਾ ਫਰਿਸ਼ਤਾ ਲੂਸੀਫਰ ਫਰਿਸ਼ਤਾ, ਉਹਨੂੰ ਮੈਂ ਅਧਿਕਾਰ ਦੇਵਾਂਗਾ ਕਿ ਉਹ ਬਹੁਤ ਸਮਾਂ ਰਾਜ ਕਰੂਗਾ, ਸੰਭਾਲੂਗਾ ਪਬਲਿਕ ਨੂੰ, ਪੰਖ ਪੰਛੀਆਂ ਜੀਵਾਂ ਨੂੰ ਸੰਭਾਲੂਗਾ ਅਤੇ ਮੈਂ ਕਈ ਹਜ਼ਾਰਾਂ ਸਦੀਆਂ ਬਾਅਦ ਉਹਦੇ ਤੋਂ ਲੇਖਾ ਲਵਾਂਗਾ। ਸੋ ਇਹ ਗੱਲ ਸੋ ਲੀਕ ਕਿਵੇਂ ਹੋਈ? ਹਾਲੇਲੂਇਆ। ਜੋ ਪਰਮੇਸ਼ਰ ਨੇ ਮੈਟਰ ਬਣਾਇਆ ਸੀ, ਉਸਨੇ ਨਕਸ਼ਾ ਬਣਾਇਆ, ਅਜੇ ਸੋਚ ਵਿਚਾਰੀ ਪੈਦਾ ਕਰ ਰਿਹਾ ਸੀ, ਉੱਥੇ ਕੌਣ ਸੀ ਬੰਦਾ ਲੀਕ ਕਰਨ ਵਾਲਾ ਪਰਮੇਸ਼ਰ ਦੀ ਸਿਕਿਉਰਿਟੀ ਨੂੰ? ਸੋ ਉਹ ਮੇਰੇ ਜੀਜੋ ਕੋਈ ਹੋਰ ਨਹੀਂ ਸੀ ਲੀਕ ਕਰਨ ਵਾਲਾ, ਪਰਮੇਸ਼ਵਰ ਨੇ ਦੂਤਾਂ ਨੂੰ ਬਣਾਇਆ ਸੀ ਆਪ, ਅਤੇ ਉਹ ਦੂਤ ਹਰ ਗੱਲ ਪਰਮੇਸ਼ਰ ਦੀ ਸਮਝਦੇ ਸਨ। ਉਹ ਇੱਕ ਆਤਮਾ ਦਾ ਅਭਿਸ਼ੇਕ ਸੀ ਦੂਤ, ਅਤੇ ਇਹ ਲੂਸੀਫਰ ਫਰਿਸ਼ਤਾ ਦੂਜੇ ਸਵਰਗ ਦੂਤਾਂ ਨਾਲੋਂ, ਸਾਰੀ ਸੈਨਾ ਦੇ ਨਾਲੋਂ ਵੱਡਾ ਸੀ ਅਤੇ ਇਸੇ ਨੂੰ ਅਧਿਕਾਰ ਦੇਣਾ ਸੀ। ਅਤੇ ਇਹ ਵੀ ਇੱਕ ਆਤਮਾ ਸੀ, ਉਹੀ ਆਤਮਾ ਦਾ ਅਭਿਸ਼ੇਕ ਸੀ ਜਿਹੜਾ ਪਰਮੇਸ਼ਵਰ ਦਾ ਆਤਮਾ ਦੇ ਵਿੱਚੋਂ ਦਿੱਤਾ ਗਿਆ ਸੀ। ਸੋ ਜਦ ਪਰਮੇਸ਼ਰ ਨੇ ਆਤਮਾ ਦੁਆਰਾ ਸਾਰੀ ਨਿਯੁਕਤੀ ਕੀਤੀ ਵੀ ਮੈਂ ਇੰਨੇ ਸਾਲਾਂ ਬਾਅਦ, ਇੰਨੀਆਂ 100 ਸਦੀਆਂ ਬਾਅਦ, ਇੱਥੇ ਜ਼ਿਕਰ ਨਹੀਂ ਵੀ ਕਿੰਨੀਆਂ ਸਦੀਆਂ ਬਾਅਦ, ਮੈਂ ਵਿਸ਼ਵਾਸ ਕਰਦਾ ਕਿ ਬਹੁਤ ਕਈ 100 ਸਾਲਾਂ ਸਦੀਆਂ ਬਾਅਦ ਉਹਨੇ ਲੇਖਾ ਲੈਣ ਦਾ ਜ਼ਰੂਰ ਵਿਚਾਰ ਕੀਤਾ ਹੋਵੇਗਾ। ਤਾਂ ਉਹਦੇ ਆਤਮਾ ਦੇ ਵਿਚਾਰ ਜਿਹੜੇ ਨੇ, ਉਹ ਆਤਮਾ ਦਾ ਵਿਚਾਰ ਜਿਹੜਾ ਲੂਸੀਫਰ ਸੀ, ਉਹ ਵੀ ਆਤਮਾ ਸੀ, ਪਰਮੇਸ਼ਰ ਦਾ ਅਭਿਸ਼ੇਕ ਸੀ। ਉਸਨੇ ਗੱਲ ਸਮਝ ਲਈ ਕਿ ਪਰਮੇਸ਼ਰ ਦਾ ਇਹ ਫੈਸਲਾ ਆ। ਤਾਂ ਜਦੋਂ ਹੀ ਉਹਨੇ ਫੈਸਲਾ ਸੁਣਿਆ ਵੀ ਕਈ ਹਜ਼ਾਰਾਂ ਸਦੀਆਂ ਤਾਂ ਮੇਰੇ ਤੋਂ ਪਰਮੇਸ਼ਰ ਨੇ ਲੇਖਾ ਹੀ ਨਹੀਂ ਲੈਣਾ, ਤਾਂ ਮੈਂ ਪਰਮੇਸ਼ਰ ਦੇ ਸਿੰਘਾਸਨ ਤੋਂ ਉੱਚਾ ਸਿੰਘਾਸਨ ਬਣਾਵਾਂਗਾ ਅਤੇ ਉੱਤੇ ਬੈਠ ਕੇ ਮੈਂ ਰਾਜ ਕਰੂੰਗਾ। ਜਿਸ ਦਿਨ ਯਹੋਵਾ ਪਰਮੇਸ਼ਰ ਮੇਰੇ ਤੋਂ ਲੇਖਾ ਲੈਣ ਆਵੇਗਾ ਅਤੇ ਮੈਂ ਉੱਚਾ ਬੈਠਾ ਹੋਊਂਗਾ ਤੇ ਪ੍ਰਭੂ ਥੱਲਿਓਂ ਤਾਂ ਨੂੰ ਮੇਰੇ ਵੱਲ ਆਵੇਗਾ ਤੇ ਨਿਉਂ ਕੇ ਆਵੇਗਾ ਅਤੇ ਮੈਨੂੰ ਨਮਸਕਾਰ ਕਰੇਗਾ ਤੇ ਫਿਰ ਲੇਖਾ ਮੇਰੇ ਤੋਂ ਲਵੇਗਾ। ਹਾਲੇਲੂਇਆ। ਸੋ ਮੇਰੇ ਜੀਜੋ, ਪਵਿੱਤਰ ਬਾਈਬਲ ਦੱਸਦੀ ਆ ਕਿ ਜਦ ਪਰਮੇਸ਼ਰ ਨੂੰ ਪਤਾ ਲੱਗਾ ਕਿ ਉਸ ਲੂਸੀਫਰ ਫਰਿਸ਼ਤੇ ਨੇ ਗਲਤ ਵਿਚਾਰ ਧਾਰਨਾ ਬਣਾ ਲਿਆ, ਮੇਰੇ ਤੋਂ ਉੱਚਾ ਬਣਨ ਦੀ ਕੋਸ਼ਿਸ਼ ਕੀਤੀ ਆ, ਉਸੇ ਘੜੀ ਯਹੋਵਾ ਪਰਮੇਸ਼ਵਰ ਨੇ ਲੂਸੀਫਰ ਫਰਿਸ਼ਤੇ ਨੂੰ ਆਪਣੇ ਫਰਿਸ਼ਤਿਆਂ ਦੀ ਫੌਜ ਚੋਂ ਬਾਹਰ ਕੱਢ ਦਿੱਤਾ ਸੀ। ਹਾਲੇਲੂਇਆ। ਉਸ ਨੂੰ ਇੱਕ ਆਮ ਚਟਾਨ ਤੇ ਸਿੱਟ ਦਿੱਤਾ, ਆਮ ਚਟਾਨ, ਆਮ ਜ਼ਮੀਨ ਦੇ ਉੱਤੇ ਸਿੱਟ ਦਿੱਤਾ ਪਰਮੇਸ਼ਵਰ ਨੇ, ਅਤੇ ਦੂਸਰੀ ਦੂਤਾਂ ਦੀ ਫੌਜ ਅਲੱਗ ਰਹੇਗੀ ਤੇ ਇਸ ਨੂੰ ਅਲੱਗ ਸਿੱਟਿਆ ਗਿਆ, ਕਿਉਂਕਿ ਇਹਦਾ ਮਨ ਸ਼ਰਾਰਤੀ ਸ਼ੈਤਾਨੀ ਮਨ ਬਣ ਚੁੱਕਾ ਸੀ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਹੁਣ ਆਪਾਂ ਦੇਖਦੇ ਹਾਂ ਕਿ ਉਹ ਲੂਸੀਫਰ ਫਰਿਸ਼ਤਾ ਜਦ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਤੇ ਏਦਨ ਦੇ ਬਾਗ ਵਿੱਚ ਰੱਖਿਆ, ਉਹਨਾਂ ਦੇ ਭੋਜਨ ਖਾਣ ਵਾਸਤੇ ਚੰਗੇ ਚੰਗੇ ਫਲ ਤੇ ਹਰ ਤਰ੍ਹਾਂ ਦਾ ਫਲ ਬਿਰਛ ਪੌਦਾ ਲਗਾਇਆ, ਅਤੇ 2 ਬਿਰਛ ਉਸਨੇ ਅਲੱਗ ਲਗਾਏ, ਵਿਚਕਾਰ ਇੱਕ ਭਲੇ ਤੇ ਬੁਰੇ ਦੀ ਸਿਆਣ ਵਾਲਾ। ਪਰਮੇਸ਼ਰ ਨੇ ਆਗਿਆ ਦਿੱਤੀ ਸੀ ਕਿ ਤੁਸੀਂ ਉਸ ਤੋਂ ਨਹੀਂ ਖਾਣਾ, ਜਿਸ ਦਿਨ ਤੁਸੀਂ ਖਾਓਗੇ ਤੇ ਨੰਗੇ ਹੋ ਜਾਓਗੇ ਤੇ ਮਰ ਜਾਓਗੇ, ਭਾਵ ਆਤਮਾ ਦੇ ਵਿੱਚ ਮਰ ਜਾਓਗੇ, ਸਰੀਰ 'ਚ ਜਿਉਂਦੇ ਰਹੋਗੇ ਤੇ ਮੇਰੇ ਤੋਂ ਤੁਸੀਂ ਅੱਡ ਹੋ ਜਾਓਗੇ, ਤੁਹਾਡੇ ਤੇ ਮੇਰੇ ਵਿਚਾਲੇ ਖੱਡ ਇੱਕ ਸਮੁੰਦਰ ਬਣ ਜਾਏਗਾ। ਹਾਲੇਲੂਇਆ। ਸੋ ਪ੍ਰਭੂ ਦਾ ਬਚਨ ਦੱਸਦਾ ਆ ਕਿ ਜਦੋਂ ਹੀ ਅਦਨ ਬਾਗ ਦੇ ਵਿੱਚ ਅੰਮਾ ਹਵਾ ਤੇ ਬਾਵਾ ਆਦਮ ਅਲੱਗ-ਅਲੱਗ ਡਿਊਟੀ ਕਰ ਰਹੇ ਸਨ,
ਇੱਕ ਸਾਈਡ ਤੇ ਲੂਸੀਫਰ ਫਰਿਸ਼ਤਾ ਗਿਆ। ਪਹਿਲਾਂ ਜਿੱਥੇ ਸੱਪ ਰਹਿੰਦਾ ਸੀ, ਜੰਗਲ 'ਚ ਰਹਿ ਰਿਹਾ ਸੀ ਜਾਂ ਪਹਾੜ ਤੇ ਰਹਿ ਰਿਹਾ ਸੀ, ਸੱਪ ਦੇ ਕੋਲੇ ਗਿਆ ਲੂਸੀਫਰ ਫਰਿਸ਼ਤਾ। ਇਸ ਨੇ ਸੱਪ ਦੇ ਅੰਦਰ ਪ੍ਰਵੇਸ਼ ਕੀਤਾ। ਹਾਲੇਲੂਇਆ। ਸੱਪ ਦੇ ਅੰਦਰ ਪ੍ਰਵੇਸ਼ ਕੀਤਾ ਤੇ ਉਸ ਨੂੰ ਪ੍ਰੇਰਨਾ ਦਿੱਤੀ, ਚੱਲ ਵੀ ਹੁਣ ਅਦਨ ਬਾਗ ਵਾਲੇ ਪਾਸੇ। ਸੋ ਮੇਰੇ ਜੀਜੋ, ਅਦਨ ਬਾਗ ਵਾਲੇ ਪਾਸੇ ਜਦ ਪਰਮੇਸ਼ਵਰ ਨੇ ਅਦਨ ਦਾ ਬਾਗ ਬਣਾਇਆ, ਉਹਨੇ ਉਹਦੇ ਬਾਉਂਡਰੀ ਵੀ ਰੱਖੀ ਆ, ਉਹਦੀ ਰੈੱਡ ਲਾਈਨ ਵੀ ਰੱਖੀ ਸੀ। ਜਦੋਂ ਰੈੱਡ ਲਾਈਨ ਉਹਨੇ ਸੱਪ ਨੇ ਕ੍ਰਾਸ ਕੀਤੀ ਆ ਤੇ ਹਵਾ ਦੇ ਕੋਲੇ ਆ ਗਿਆ, ਹਵਾ ਨਾਲ ਡਿਸਕਸ ਕੀਤੀ, ਉੱਤਰ ਪ੍ਰਸ਼ਨ ਕੀਤਾ, ਉਸ ਨੂੰ ਫਲ ਦਿੱਤਾ ਤੇ ਉਸਨੇ ਖਾ ਲਿਆ। ਹਾਲੇਲੂਇਆ। ਇੱਥੇ ਆਪਾਂ ਕਹਿੰਦੇ ਵੀ ਸੱਪ ਜਿਹੜਾ ਆ ਉਹਨੇ ਸਾਰੀ ਖੇਡ ਖਰਾਬ ਕਰ ਦਿੱਤੀ ਆ। ਸੱਪ ਨੇ ਖੇਡ ਖਰਾਬ ਨਹੀਂ ਕੀਤੀ। ਅਸੀਂ ਉਹ ਪਰਮੇਸ਼ਰ ਦਾ ਬਚਨ ਜਾਣ ਕੇ ਪੜ੍ਹੀਏ ਜਿੱਥੇ ਉਸਨੇ ਕਿਹਾ, ਵਧੋ ਫਲੋ ਤੇ ਧਰਤੀ ਨੂੰ ਭਰ ਦਿਓ। ਹਾਲੇਲੂਇਆ। ਇਹ ਵੀ ਸਾਨੂੰ ਯਾਦ ਹੋਣਾ ਚਾਹੀਦਾ, ਜੇਕਰ ਅਸੀਂ ਉਸੇ ਹੀ ਬਚਨ ਤੇ ਸਾਰੀ ਉਹ ਜਿਹੜੀ ਬਣਾਈ ਸੀ, ਪੰਖ ਪੰਛੀ ਸੱਪ ਬਣਾਇਆ ਸੀਗਾ, ਉਸੇ ਹੁਕਮ ਤੇ ਟਿਕੇ ਰਹਿੰਦੇ ਤੇ ਲੂਸੀਫਰ ਫਰਿਸ਼ਤਾ ਵੀ ਉਸੇ ਹੁਕਮ ਤੇ ਟਿਕਿਆ ਰਹਿੰਦਾ, ਆਗਿਆਕਾਰ ਬਣਿਆ ਰਹਿੰਦਾ, ਤਾਂ ਮੇਰੇ ਜੀਜੋ ਫਿਰ ਸਾਰੇ ਪਰਮੇਸ਼ਰ ਵਰਗੇ ਹੋਣੇ ਸੀ। ਉਹ ਬਚਨ ਨਹੀਂ ਸੀ ਪੂਰਾ ਹੋਣਾ ਜਿਹੜਾ ਉਹਨੇ ਕਿਹਾ, ਵਧੋ ਫਲੋ ਤੇ ਧਰਤੀ ਨੂੰ ਭਰ ਦਿਓ। ਜਿੱਥੇ ਨਰ ਨਾਰੀ ਬਣਾਏ ਨੇ ਪਰਮੇਸ਼ਵਰ ਨੇ, ਇਹ ਨਹੀਂ ਆਪਾਂ ਕਹਿ ਸਕਦੇ ਕਿ ਪਰਮੇਸ਼ਰ ਸੁੱਤਾ ਸੀ, ਪਰਮੇਸ਼ਰ ਅੰਗਲਾਉਂਦਾ ਸੀ, ਪਰਮੇਸ਼ਰ ਕਿਤੇ ਬਿਜੀ ਸੀ ਕੰਮ ਦੇ ਵਿੱਚ। ਇਹ ਪਰਮੇਸ਼ਰ ਖੁਦ ਆਪ ਉਹਨੇ ਸਮਾਂ ਦਿੱਤਾ ਕਿ ਜਿਹੜਾ ਬਚਨ ਮੈਂ ਕਿਹਾ, ਨਰ ਨਾਰੀ ਬਣਨ ਨੂੰ ਕਿਹਾ ਆਸ਼ੀਸ਼ ਦਿੱਤੀ, ਵਧੋ ਤੇ ਫਲੋ ਤੇ ਧਰਤੀ ਨੂੰ ਭਰ ਦਿਓ। ਉਹ ਬਚਨ ਨੂੰ ਪੂਰਾ ਕਰਨ ਵਾਸਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਾਈਡ ਤੇ ਕੀਤਾ ਅਤੇ ਉਸ ਲੂਸੀਫਰ ਫਰਿਸ਼ਤੇ ਦੇ ਦਿਲ ਦੇ ਅੰਦਰ ਭਾਵਨਾ ਪਾਈ ਵੀ ਕਿ ਮੈਂ ਉਹਨਾਂ ਨੂੰ ਉਸ ਲਾਇਕ ਕਰਾਂ ਕਿ ਜਿਸ ਲਾਇਕ ਉਹ ਗ੍ਰਸਤ ਦੇ ਯੋਗ ਹੋਣ ਅਤੇ ਉਹ ਬੱਚਿਆਂ ਨੂੰ ਜਨਮ ਦੇ ਸਕਣ। ਜੇਕਰ ਉਹ ਉਸੇ ਤਰ੍ਹਾਂ ਪਰਮੇਸ਼ਰ ਵਰਗੇ ਹੀ ਰਹਿੰਦੇ ਤਾਂ ਕਦੇ ਵੀ ਦੁਨੀਆ ਤੇ ਸੰਤਾਨ ਪੈਦਾ ਹੋ ਨਹੀਂ ਸੀ ਸਕਦੀ, ਕਿਉਂਕਿ ਪਰਮੇਸ਼ਵਰ ਇਸ ਪਰਪਸ ਵਿੱਚ ਨਹੀਂ ਆ। ਪਰਮੇਸ਼ਰ ਨੇ ਉਹਨਾਂ ਨੂੰ ਆਗਿਆ ਦਿੱਤੀ, ਵਧੋ ਤੇ ਫਲੋ ਧਰਤੀ ਨੂੰ ਭਰ ਦਿਓ, ਤੇ ਉਹਦਾ ਵਸੀਲਾ ਵੀ ਘੁੰਮਣਾ ਸੀਗਾ। ਜੇਕਰ ਉਧਰ ਫਰਿਸ਼ਤਾ ਨਾ ਜਾਂਦਾ, ਲੂਸੀਫਰ ਫਰਿਸ਼ਤਾ ਸੱਪ ਦੇ ਅੰਦਰ ਨਾ ਜਾਂਦਾ, ਸੱਪ ਦੇ ਅੰਦਰ ਪ੍ਰਵੇਸ਼ ਨਾ ਕਰਦਾ ਅਤੇ ਉਹ ਬਾਗ ਦੇ ਵਿੱਚ ਨਾ ਆਉਂਦਾ ਤੇ ਔਰਤ ਨੂੰ ਨਾ ਪਰਮਾਉਂਦਾ ਤੇ ਨਾ ਉਹ ਫਲ ਖਾਂਦੇ ਤੇ ਨਾ ਹੀ ਉਹ ਗ੍ਰਸਤ ਵਿੱਚ ਜਾਂਦੇ। ਉਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਵਰਗੇ ਰਹਿਣਾ ਸੀ। ਪਰਮੇਸ਼ਰ ਸੁਬਾਹ ਸ਼ਾਮ ਉਹਨਾਂ ਨਾਲ ਬੰਦਗੀ ਕਰਦਾ ਸੀ। ਉੱਥੇ ਸੰਤਾਨ ਪੈਦਾ ਹੋਣ ਦਾ ਕੋਈ ਵੀ ਚਾਂਸ ਨਹੀਂ ਸੀ। ਜੇ ਪਰਮੇਸ਼ਰ ਵਰਗੇ ਦੂਤਾਂ ਵਰਗੇ ਹੁੰਦੇ ਤਾਂ ਸੰਤਾਨ ਕਦੇ ਪੈਦਾ ਨਹੀਂ ਸੀ ਹੋਣੀ। ਹਾਲੇਲੂਇਆ। ਹਾਲੇਲੂਇਆ। ਪਰ ਇਹ ਤੁਸੀਂ ਤੇ ਮੈਂ ਨਹੀਂ ਕਹਿ ਸਕਦੇ ਕਿ ਜਦੋਂ ਲੂਸੀਫਰ ਫਰਿਸ਼ਤਾ ਸੱਪ ਦੇ ਕੋਲੇ ਗਿਆ ਅਤੇ ਉਦੋਂ ਚੋਰੀ ਸੀ, ਰੱਬ ਨੂੰ ਪਤਾ ਨਹੀਂ ਲੱਗਾ। ਜੇ ਬਾਗ ਦੀ ਰੈੱਡ ਲਾਈਨ ਉਹਨੇ ਕ੍ਰਾਸ ਕੀਤੀ, ਫਿਰ ਵੀ ਨਹੀਂ ਅਸੀਂ ਕਹਿ ਸਕਦੇ ਕਿ ਸੱਪ ਚੋਰੀ ਲੰਘ ਗਿਆ। ਉਹ ਜ਼ਬਰਦਸਤ ਤਗੜਾ ਸੀਗਾ ਤੇ ਉਹਨੇ ਬਾਗ ਦੀ ਹੱਦ ਕ੍ਰਾਸ ਕਰ ਦਿੱਤੀ। ਫਿਰ ਆਪਾਂ ਜਦੋਂ ਆਦਮ ਹਵਾ ਦੇ ਨਾਲ ਗੱਲਾਂ ਕਰ ਰਿਹਾ ਸੀ, ਉਦੋਂ ਵੀ ਆਪਾਂ ਨਹੀਂ ਕਹਿ ਸਕਦੇ ਕਿ ਉਹ ਬਹੁਤ ਚਾਤਰ ਸੀਗਾ ਤੇ ਰੱਬ ਨੂੰ ਪਤਾ ਨਹੀਂ ਲੱਗਾ ਤੇ ਹਵਾ ਨਾਲ ਗੱਲਬਾਤ ਕੀਤੀ, ਉਹਨੂੰ ਫਲ ਦੇ ਦਿੱਤਾ ਤੇ ਉਹਨੇ ਆਪਣੇ ਪਤੀ ਨੂੰ ਖਵਾ ਦਿੱਤਾ। ਸੋ ਮੇਰੇ ਜੀਜੋ, ਇਹ ਪਰਮੇਸ਼ਵਰ ਦਾ ਖੁਦ ਦਾ ਪਲਾਨ ਆ ਕਿ ਉਸਨੇ ਆਪ ਉਸ ਦੇ ਵਿੱਚ ਐਂਟਰੀ ਨਹੀਂ ਸੀ ਕਰਨੀ। ਪਰਮੇਸ਼ਰ ਆਪਣੀ ਸਾਈਡ ਤੇ ਰਾਮਗਾਹ ਦੇ ਵਿੱਚ ਸੀ ਅਤੇ ਇਹ ਪ੍ਰਭੂ ਦਾ ਹੀ ਪਲਾਨ ਸੀ ਕਿ ਦੁਨੀਆ ਪੈਦਾ ਕੀਤੀ ਜਾਵੇ, ਤਾਂ ਹੀ ਆਇਆ। ਸੋ ਰਹੀ ਗੱਲ ਆ ਕਿ ਅਨਾਗਿਆਕਾਰੀ ਜਦੋਂ ਹੋ ਗਈ, ਉਹਨਾਂ ਤੇ ਸਜ਼ਾ ਵੀ ਆਈ। ਹਾਲੇਲੂਇਆ। ਹਾਲੇਲੂਇਆ। ਅਨਾਗਿਆਕਾਰੀ ਤਾਂ ਹੋ ਗਈ, ਆਦਮ ਦੇ ਹਵਾ ਦੇ ਦੁਆਰਾ, ਸੱਪ ਦੇ ਦੁਆਰਾ ਫਲ ਖਾਦਾ ਔਰਤ ਨੇ, ਔਰਤ ਦੇ ਦੁਆਰਾ ਸੱਪ ਖਾਦਾ ਆਦਮੀ ਨੇ, ਅਤੇ ਉਹਨਾਂ ਤਿੰਨਾਂ ਦਾ ਮਿਲ ਕੇ ਪਾਪ ਹੋ ਗਿਆ। ਹਾਲੇਲੂਇਆ। ਜਦ ਪਰਮੇਸ਼ਵਰ ਨੇ ਔਰਤ ਨੂੰ ਪੁੱਛਿਆ ਵੀ ਤੂੰ ਇਹ ਪਾਪ ਕਿਉਂ ਕੀਤਾ, ਜਦੋਂ ਬੰਦਗੀ ਕਰਨ ਗਏ ਉਹ ਫਗੂੜੀ ਦੇ ਪੱਤੇ ਬੰਨ ਕੇ ਬਾਗ ਦੇ ਜੰਗਲ ਦੇ ਵਿੱਚ ਲੁਕੇ ਹੋਏ ਸਨ, ਪਰਮੇਸ਼ਰ ਨੇ ਜਾ ਕੇ ਆਵਾਜ਼ਾਂ ਮਾਰੀਆਂ ਅਤੇ ਨਹੀਂ ਜਲਦੀ ਆਵਾਜ਼ ਦੀ, ਦੇਰ ਬਾਅਦ ਆਵਾਜ਼ ਦਿੱਤੀ। ਆਦਮ ਨੇ ਕਿਹਾ, ਪ੍ਰਭੂ ਅਸੀਂ ਨੰਗੇ ਤੇਰੇ ਸਾਹਮਣੇ ਨਹੀਂ ਆ ਸਕਦੇ। ਉਸਨੇ ਕਿਹਾ, ਤੁਸੀਂ ਉਸ ਤੋਂ ਨਹੀਂ ਟਲੇ ਜੋ ਮੈਂ ਤੁਹਾਨੂੰ ਮਨਾ ਕੀਤਾ ਸੀ। ਤਾਂ ਆਦਮ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਹੋਇਆ, ਤੇ ਆਦਮ ਨੇ ਕਿਹਾ ਜੀ ਮੈਨੂੰ ਮੇਰੀ ਪਤਨੀ ਨੇ ਖਵਾ ਦਿੱਤਾ, ਇਹ ਤਾਂ ਹੋ ਗਿਆ। ਔਰਤ ਨੂੰ ਪਰਮੇਸ਼ਰ ਨੇ ਪੁੱਛਿਆ ਵੀ ਕਿਉਂ ਹੋਇਆ, ਉਸਨੇ ਕਿਹਾ ਜੀ ਮੈਨੂੰ ਸੱਪ ਨੇ ਖਵਾ ਦਿੱਤਾ। ਹਾਲੇਲੂਇਆ। ਉਹਨਾਂ ਨੇ ਇੱਕ ਦੂਜੇ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਸੱਪ ਦੇ ਤੇ ਤੀਵੀਂ ਦੀ ਸੰਤਾਨ ਦੇ ਵਿਚਾਲੇ ਪਰਮੇਸ਼ਰ ਨੇ ਭਵਿੱਖਬਾਣੀ ਕੀਤੀ।
ਵੀ ਤੁਹਾਡੀ ਸੰਤਾਨ ਆਪਸ ਵਿੱਚ ਮਿਲ ਕੇ ਨਹੀਂ ਰਹੂਗੀ। ਸੱਪ ਨੂੰ ਕਿਹਾ ਵੀ ਅੱਜ ਤੋਂ ਤੂੰ ਢਿੱਡ ਭਾਰੜਿਆ ਕਰੇਗਾ ਤੇ ਮਿੱਟੀ ਖਾਇਆ ਕਰੇਗਾ, ਅਤੇ ਤੂੰ ਤੀਵੀਂ ਦੀ ਸੰਤਾਨ ਜਿਹੜੀ ਉਹ ਤੇਰੇ ਸੱਪ ਨੂੰ, ਤੇਰੇ ਸਿਰ ਨੂੰ ਫੇਵੇਗੀ। ਤੇ ਸੱਪ ਨੂੰ ਕਿਹਾ ਵੀ ਤੂੰ ਤੇ ਤੇਰੀ ਸੰਤਾਨ ਜਿਹੜੀ ਸੱਪ ਜਨਮ ਲਵੇਗੀ ਉਹ ਔਰਤ ਦੇ ਜਿੰਨੀ ਸੰਤਾਨ ਉਹਦੇ ਪੈਰ ਨੂੰ ਡੰਗ ਮਾਰਿਆ ਕਰੂਗੀ। ਉਹਨਾਂ ਦੋਵਾਂ ਨੂੰ ਉੱਥੇ ਸਜ਼ਾ ਦਾ ਹੁਕਮ ਦੇ ਦਿੱਤਾ। ਹਾਲੇਲੂਇਆ। ਸੋ ਰਹੀ ਗੱਲ ਅੱਜ ਜਿਵੇਂ ਕਰੋਨਾ ਵਾਇਰਸ ਚੱਲ ਰਿਹਾ, ਮਹਾਮਾਰੀ ਕਰੋਨਾ ਚੱਲ ਰਹੀ ਆ, ਇਹ ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾਂ ਨਹੀਂ। ਸਾਨੂੰ ਦੁਨੀਆ ਨੂੰ ਚਾਹੀਦਾ ਆ ਅਸੀਂ ਸਾਰਾ ਮੁਲਕ, ਸਾਰੇ ਦੇਸ਼ ਮਿਲ ਕੇ ਪਰਮੇਸ਼ਵਰ ਦੀ ਬੰਦਗੀ ਕਰੀਏ, ਪ੍ਰਭੂ ਯਿਸੂ ਦੀ ਬੰਦਗੀ ਕਰੀਏ, ਯਹੋਵਾ ਦੀ ਬੰਦਗੀ ਕਰੀਏ, ਰੱਬ ਦਾ ਧੰਨਵਾਦ ਕਰੀਏ ਕਿ ਸਾਰੀਆਂ ਬਵਾ ਉਸੇ ਦੇ ਵੱਲੋਂ ਆਉਂਦੀਆਂ ਜਦੋਂ ਮਨੁੱਖ ਪਾਪ ਕਰਦਾ ਹੈ। ਹਾਲੇਲੂਇਆ। ਸੋ ਅਸੀਂ ਕਰੋਨਾ ਵਾਇਰਸ ਨੂੰ, ਮੈਂ ਕਹਿੰਦਾ ਨਹੀਂ ਵੀ ਉਦੋਂ ਤੋਂ ਪੈਦਾ ਹੋਇਆ, ਪਰ ਮੈਂ ਇੱਕ ਤਰੀਕਾ ਦੱਸਦਾ ਵੀ ਪੈਦਾ ਕਿਵੇਂ ਹੋਇਆ ਕਰੋਨਾ। ਹਾਲੇਲੂਇਆ। ਨਾ ਤਾਂ ਇੱਥੇ ਕਿਸੇ ਭਾਰਤ ਦੇਸ਼ ਦਾ, ਨਾ ਚੀਨ ਦਾ, ਤੇ ਨਾ ਹੀ ਕਿਸੇ ਹੋਰ ਮੁਲਕ ਦਾ ਇਹਦੇ 'ਚ ਹੱਥ ਆ। ਜਦੋਂ ਕਿਸੇ ਤੋਂ ਗਲਤੀ ਹੋਣੀ ਹੁੰਦੀ ਆ ਉਦੋਂ ਪਰਮੇਸ਼ਰ ਉਹਦੀ ਬੁੱਧ ਪ੍ਰਸਤ ਕਰ ਦਿੰਦਾ ਆ, ਤਾਂ ਉਹਦੇ ਤੋਂ ਗਲਤੀ ਹੋ ਜਾਂਦੀ ਤੇ ਸਜ਼ਾਵਾਂ ਦੇ ਦੌਰ ਸ਼ੁਰੂ ਹੋ ਜਾਂਦੇ ਨੇ। ਹਾਲੇਲੂਇਆ। ਸੋ ਮੇਰੇ ਜੀਜੋ, ਬਾਈਬਲ ਦੇ ਅਨੁਸਾਰ ਜਿਹੜਾ ਸੱਪ ਨੇ ਫਲ ਅਭਿਸ਼ੇਕ ਕੀਤਾ, ਔਰਤ ਨੂੰ ਕਿਹਾ ਵੀ ਇਹ ਫਲ ਤੁਹਾਡੇ ਖਾਣ ਲਈ ਸੋਹਣਾ, ਤੁਹਾਨੂੰ ਬੁੱਧ ਬਖਸ਼ੇਗਾ। ਜਿਵੇਂ ਪਰਮੇਸ਼ਵਰ ਦੇ ਅੰਦਰ ਸਮਝ ਜ਼ਿਆਦਾ ਤੇ ਤੁਹਾਡੇ ਅੰਦਰ ਵੀ ਉਹ ਸਮਝ ਆ ਜਾਵੇਗੀ ਜਿਹੜੀ ਪਰਮੇਸ਼ਰ ਦੇ ਵਿੱਚ ਆ। ਜੇਕਰ ਮੰਨ ਲਓ ਸੱਪ ਨੇ ਇਸ਼ਾਰਾ ਕੀਤਾ ਆ ਤੇ ਉਦੋਂ ਸੱਪ ਦਾ ਜਿਹੜਾ ਅਭਿਸ਼ੇਕ ਲੂਸੀਫਰ ਦਾ ਉਸ ਫਲ ਦੇ ਅੰਦਰ ਚਲੇ ਗਿਆ। ਜੇ ਸੱਪ ਨੇ ਫਲ ਤੋੜ ਕੇ ਦਿੱਤਾ ਆ ਤਾਂ ਉਹਨੇ ਤੋੜਿਆ ਤੇ ਉਹਦਾ ਮੂੰਹ ਲੱਗ ਗਿਆ, ਤੇ ਉਹਦਾ ਵਾਇਰਸ ਜਿਹੜਾ ਆ ਉਹਦੇ ਇਸ਼ਾਰਾ ਕਰਨ ਦੇ ਨਾਲ ਵੀ ਮੂੰਹ ਨਾਲ ਜਦੋਂ ਸੱਪ ਫੂਕ ਮਾਰਦਾ ਉਹਦੀ ਯਾਰ ਨਿਕਲ ਕੇ ਜਿੱਧਰ ਨੂੰ ਮੂੰਹ ਕਰਦਾ ਤੇ ਉਹਦੇ ਵਿੱਚ ਚਲੀ ਜਾਂਦੀ ਆ। ਜੇਕਰ ਸੱਪ ਨੇ ਮੂੰਹ ਦਾ ਇਸ਼ਾਰਾ ਕੀਤਾ ਵੀ ਉਹ ਫਲ ਆ, ਤਾਂ ਜਾਣੋ ਕਿ ਉਹਦੇ ਮੂੰਹ ਚੋਂ ਜਿਹੜੀ ਯਾਰ ਨਿਕਲੀ ਫਲ ਨੂੰ ਜਾ ਕੇ ਟੱਚ ਕਰ ਗਈ ਆ ਤੇ ਉਹਦੇ 'ਚ ਵਾਇਰਸ ਫੈਲ ਗਿਆ। ਜੇਕਰ ਉਸ ਸੱਪ ਨੇ ਫਲ ਤੋੜ ਕੇ ਦਿੱਤਾ ਤਾਂ ਉਹਦੇ ਜੂਠਾ ਕਰਨ ਦੇ ਨਾਲ ਸੱਪ ਦਾ ਜਿੰਨਾ ਲੂਸੀਫਰ ਦਾ ਵਾਇਰਸ ਸੀ ਉਹ ਫਲ ਦੇ ਵਿੱਚ ਆ ਗਿਆ, ਅਤੇ ਉਹ ਵਾਇਰਸ ਜਦੋਂ ਔਰਤ ਨੇ ਚੱਖਿਆ ਤੇ ਉਹ ਆਤਮਿਕ ਤੌਰ ਤੇ ਨੰਗੀ ਹੋ ਗਈ, ਪਰਮੇਸ਼ਰ ਤੋਂ ਦੂਰੀ ਬਣ ਗਈ। ਫਿਰ ਉਸਨੇ ਆਪਣੇ ਪਤੀ ਨੂੰ ਖਵਾ ਦਿੱਤਾ, ਅਤੇ ਉਹਦਾ ਪਤੀ ਨੇ ਜਦ ਫਲ ਖਾਧਾ ਤਾਂ ਉਹ ਵੀ ਪਰਮੇਸ਼ਰ ਤੋਂ ਦੂਰ ਹੋ ਗਿਆ ਤੇ ਆਤਮਿਕ ਤੌਰ ਤੇ ਪਿੱਛੇ ਹਟ ਗਿਆ, ਸਰੀਰਕ ਤੌਰ ਤੇ ਬਣਿਆ ਰਿਹਾ। ਉਹਨੇ ਆਪਣੀ ਔਰਤ ਨੂੰ ਕਿਹਾ ਵੀ ਤੂੰ ਨੰਗੀ ਆ, ਅਤੇ ਉਸਨੇ ਵੀ ਕਿਹਾ ਤੂੰ ਵੀ ਨੰਗਾ। ਉਹ ਜਾਣ ਕੇ ਕਿ ਅਸੀਂ ਪਰਮੇਸ਼ਰ ਦਾ ਹੁਕਮ ਤੋੜ ਦਿੱਤਾ, ਹੁਣ ਸਾਡੇ ਤੇ ਸਜ਼ਾ ਦਾ ਆਉਣਾ ਅਵਸ਼ ਹੈ। ਹਾਲੇਲੂਇਆ। ਸੋ ਮੇਰੇ ਜੀਜੋ, ਅੱਜ ਵੀ ਇਹ ਪਰਮੇਸ਼ਰ ਦੇ ਹੁਕਮ ਤੋੜੇ ਗਏ ਨੇ। ਜਦੋਂ ਤੋਂ ਦੁਨੀਆ ਚੱਲੀ ਆਉਂਦੀ ਆ, ਕੋਈ ਨਾ ਕੋਈ ਰਾਜਾ ਕਿਸੇ ਤੇ ਵਾਅਦਾ ਕਰਦਾ, ਗਰੀਬ ਪਬਲਿਕ ਤੇ ਵਾਅਦਾ ਕਰਦਾ, ਕਿਸੇ ਧਰਮ ਦੇ ਉੱਤੇ ਧੱਕਾ ਕਰਦਾ ਆ, ਜਾਂ ਕਿਸੇ ਗਰੀਬ ਜਨਤਾ ਤੇ ਲੋਕ ਪੈਸੇ ਵੰਡਦੀ ਆ ਸਰਕਾਰ, ਤੇ ਉਹ ਗਰੀਬਾਂ ਨੂੰ ਪੈਸੇ ਨਹੀਂ ਮਿਲਦੇ। ਗਰੀਬ ਦਾ ਵਾਸਤੇ ਰਾਸ਼ਨ ਵੰਡਿਆ ਜਾਂਦਾ, ਉਹ ਰਾਸ਼ਨ ਨਹੀਂ ਗਰੀਬਾਂ ਨੂੰ ਮਿਲਦਾ। ਤਾਂ ਜੇ ਅਦਾਲਤਾਂ ਦੇ ਵਿੱਚ ਜਾਂਦੇ ਨੇ, ਕਿਸੇ ਕੋਰਟ ਕਚਹਿਰੀਆਂ 'ਚ ਗਰੀਬ ਕੰਮ ਧੰਦੇ ਜਾਂਦੇ ਨੇ, ਪੈਸੇ ਤੋਂ ਬਿਨਾਂ ਉੱਥੇ ਕੰਮ ਨਹੀਂ ਹੁੰਦਾ। ਜਿਹੜੇ ਵੱਡੇ ਮਰਜ਼ੀ ਅਫਸਰ ਬੈਠੇ ਧਰਮੀ, ਉਹ ਲੱਖ ਰੁਪਈਆ ਲੈਂਦੇ, 1.5 ਲੱਖ ਰੁਪਈਆ ਤਨਖਾਹ ਲੈਂਦੇ, 50 ਹਜ਼ਾਰ ਲੈਂਦੇ, 60 ਹਜ਼ਾਰ ਰੁਪਈਆ, 30 ਹਜ਼ਾਰ ਰੁਪਈਆ ਤਨਖਾਹ ਲੈਂਦੇ ਨੇ ਜਿਹੜੇ ਦਫ਼ਤਰਾਂ 'ਚ ਬੈਠੇ ਨੇ। ਤੇ ਗਰੀਬ ਤੋਂ ਗਰੀਬ ਦਿਹਾੜੀ ਕਰਨ ਵਾਲਾ ਜਾਂਦਾ, ਉਹਦੇ ਤੋਂ ਵੀ 5-7 ਹਜ਼ਾਰ ਲੈ ਤੋਂ ਬਿਨਾਂ, 20 ਹਜ਼ਾਰ ਲੈ ਤੋਂ ਬਿਨਾਂ, ਲੱਖ ਰੁਪਈਆ ਲੈ ਤੋਂ ਬਿਨਾਂ, 2 ਲੱਖ ਲੈ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ। 5000 ਤੋਂ 100 ਰੁਪਈਏ ਤੋਂ ਮੁਲਾਜ਼ਮ ਹੋ ਜਾਂਦੇ ਨੇ ਕਿ 100 ਰੁਪਈਆ ਲੈ ਕੇ ਵੀ ਜ਼ਮੀਰ ਤੋਂ ਡਿੱਗ ਪੈਂਦੇ ਆ, ਅਤੇ ਉਹ ਚੰਗਾ ਬੰਦਾ, ਅਮੀਰ ਬੰਦਾ ਜਾਂ ਗਰੀਬ ਨਹੀਂ ਪੈਂਦੇ, ਉਹਨਾਂ ਨੇ ਪੈਸਾ ਲੈਣਾ। ਇਹੀ ਪਾਪ ਆ। ਇਹਨਾਂ ਪਾਪਾਂ ਦੇ ਕਾਰਨ ਹੀ ਰਾਜੇ ਜਿਹੜੇ ਰਾਜੇ ਨੇ ਉਹ ਪੈਸਾ ਦਿੱਤੀ ਜਾਂਦੇ ਨੇ ਪਬਲਿਕ ਨੂੰ, ਥੱਲੇ ਵਾਲੇ ਕਰਿੰਦਿਆਂ ਨੂੰ ਪੈਸਾ ਦਿੰਦੇ ਨੇ, ਰਾਸ਼ਨ ਦਿੰਦੇ ਨੇ, ਕੱਪੜਾ ਦਿੰਦੇ, ਸਭ ਕੁਝ ਦਿੰਦੇ ਆ, ਮਦਦ ਕਰਦੇ ਆ। ਪਰ ਥੱਲੇ ਵਾਲੇ ਜਿਹੜੇ ਲੋਕ ਆ, ਛੋਟੇ ਅਫਸਰ ਆ, ਛੋਟੇ ਮੁਲਾਜ਼ਮ ਨੇ, ਉਹ ਜਾ ਕੇ ਸਾਰਾ ਕੁਝ ਪਬਲਿਕ ਦਾ ਖਾਧੀ ਪੀਤੀ ਜਾਂਦੇ ਤੇ ਪਾਪ ਕਰੀ ਜਾਂਦੇ। ਕੁਛ ਅਧਿਕਾਰੀ ਇਹੋ ਜਿਹੇ ਵੀ ਜ਼ਰੂਰ ਹੋਣਗੇ ਜਿਹੜੇ ਛੋਟੇ ਅਧਿਕਾਰੀਆਂ ਤੋਂ ਵੱਡੇ ਪੈਸੇ ਲੈ ਕੇ ਤੇ ਉੱਥੇ ਗਫਨ ਕਰ ਜਾਂਦੇ ਨੇ ਸਾਰਾ ਕੁਝ। ਇਹੀ ਵਾਇਰਸ ਆ, ਇਹੀ ਪਾਪ ਹੈ, ਇਹੀ ਕਰੋਨਾ ਹੈ। ਹਾਲੇਲੂਇਆ। ਸੋ ਮੇਰੇ ਜੀਜੋ, ਇਹ ਸਾਡੇ ਪਾਪਾਂ ਦੇ ਕਾਰਨ ਇਹ ਕਰੋਨਾ ਆਇਆ। ਸੋ ਕਰੋਨਾ ਅੱਜ ਵੀ ਤੁਸੀਂ ਦੇਖੋ, ਜਦ ਅਸੀਂ
ਕਈ ਵਾਰ ਖਬਰਾਂ ਸੁਣਦੇ ਹਾਂ ਅਸੀਂ, ਬਹੁਤ ਵਾਰ ਖਬਰਾਂ ਅਕਸਰ ਹੀ ਸੁਣਦੇ ਹਾਂ, ਤਾਂ ਕਹਿੰਦੇ ਵੀ ਜਿਹੜਾ ਡਾਕਟਰ ਆ, ਮੇਨ ਮੁੱਖ ਡਾਕਟਰ ਨੇ, ਉਹ ਕਈ ਡਾਕਟਰ ਜਿਹੜੇ ਆ ਉਹ ਮਰੀਜ਼ਾਂ ਨੂੰ, ਕਰੋਨਾ ਵਾਲਿਆਂ ਨੂੰ ਹੱਥ ਨਹੀਂ ਲਾਉਂਦੇ ਵੀ ਜੇ ਇਹਨੂੰ ਹੱਥ ਲਾ ਦਿੱਤਾ ਤੇ ਇਹਦਾ ਵਾਇਰਸ ਸਾਡੇ ਵਿੱਚ ਆ ਜਾਊਗਾ। ਤਾਂ ਛੋਟੇ ਡਾਕਟਰ ਜਿਹੜੇ ਨੇ ਉਹਨਾਂ ਦਾ ਇਲਾਜ ਕਰਦੇ ਆ, ਉਹਨਾਂ ਦੀ ਵੀ ਜਾਨ ਆ, ਉਹਨਾਂ ਦੇ ਵੀ ਬੱਚੇ ਨੇ। ਕਈ ਪੁਲਿਸ ਮੁਲਾਜ਼ਮ ਆ, ਉਹ ਵਿਚਾਰੇ ਬਹੁਤ ਮੁਲਾਜ਼ਮ ਤਾਂ ਇੰਨੀ ਸੇਵਾ ਕਰਦੇ ਆ, ਆਪਣੇ ਹੱਥਾਂ ਨਾਲ ਚੱਕਦੇ ਆ, ਰਾਤ ਭਰ ਦਿਨ ਡਿਊਟੀਆਂ ਕਰਦੇ, ਸੇਵਾ ਕਰਦੇ ਨੇ, ਆਪਣੀ ਜਾਨ ਉਹਨਾਂ ਨੇ ਤਲੀ ਤੇ ਰੱਖੀ। ਪੈਸਾ ਕੋਈ ਮਹਿਨਾ ਨਹੀਂ ਰਖਵਾਉਂਦਾ, ਜੇ ਤਨਖਾਹ ਲੈਂਦੇ ਨੇ ਉਹਦਾ ਕੋਈ ਜ਼ਿਆਦਾ ਮਹਿਨਾ ਨਹੀਂ ਰੱਖਦੇ, ਪਰ ਉਹ ਉਹਦੇ ਮੁਤਾਬਕ ਆਪਣੀ ਜਾਨ ਵੀ ਜੋਖਮ ਵਿੱਚ ਪਾਈ ਹੋਈ ਉਹਨਾਂ ਨੇ। ਸੋ ਮੇਰੇ ਜੀਜੋ, ਕੁਛ ਮੁਲਾਜ਼ਮ ਬਹੁਤ ਦੇਵਤਿਆਂ ਵਰਗੇ ਨੇ, ਕੁਛ ਮੁਲਾਜ਼ਮ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਖੂਨ ਪੀਂਦੇ ਨੇ ਅਤੇ ਇਸ ਸੰਕਟ ਦੀ ਘੜੀ ਦੇ ਅੰਦਰ ਵੀ ਉਹ ਲੋਕਾਂ ਨੂੰ ਮਾਫ ਨਹੀਂ ਕਰਦੇ, ਕਿਸੇ ਦੀ ਲੋੜ ਨਹੀਂ ਵੇਂਦੇ, ਕੋਈ ਬੱਚਾ ਬਜ਼ੁਰਗ ਨਹੀਂ ਵੇਂਦੇ, ਕਿਸੇ ਆਦਰਯੋਗ ਨੂੰ ਨਹੀਂ ਵੇਂਦੇ, ਉਹਨਾਂ ਨੇ ਬੇਪਤੀ ਕਰਨੀ ਆ। ਬਹੁਤੇ ਮੁਲਾਜ਼ਮ ਨੇ ਕਿ ਜਿਹੜੇ ਉਹ ਚੰਗਾ ਵੀ ਕਰਦੇ ਨੇ ਅਤੇ ਜਾਣ ਲੈਂਦੇ ਕਿ ਬੰਦਾ ਕਿਸ ਤਰ੍ਹਾਂ ਦਾ, ਉਸ ਨੂੰ ਜਾਣ ਲਈ ਆਗਿਆ ਦੇ ਦਿੰਦੇ, ਭਾਈ ਟਾਈਮ ਸਿਰ ਵਾਪਸ ਆਓ ਅਤੇ ਇੱਕ ਦੂਜੇ ਤੋਂ ਫਰਕ ਨਾਲ ਰਵੋ ਤੇ ਫਰਕ ਨਾਲ ਬੈਠੋ। ਹਾਲੇਲੂਇਆ, ਹਾਲੇਲੂਇਆ। ਸੋ ਮੇਰੇ ਜੀਜੋ, ਇਸੇ ਤਰ੍ਹਾਂ ਵਾਇਰਸ ਫੈਲਦਾ ਆ। ਅੱਜ ਡਾਕਟਰ ਵੀ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇ ਕਿਸੇ ਨੂੰ ਖਾਂਸੀ ਜਾਂ ਟੀਵੀ ਹੋਈ ਆ ਤੇ ਉਹ ਆਪਣੇ ਮੂੰਹ ਤੇ ਕੱਪੜਾ ਬੰਨੇ ਤਾਂ ਕਿ ਉਹਦਾ ਜਿਹੜਾ ਮੂੰਹ ਦੀ ਹਵਾ ਗੰਦੀ ਦੂਜੇ ਤੱਕ ਨਾ ਪਹੁੰਚੇ, ਦੂਜੇ ਨੂੰ ਟੀਵੀ ਨਾ ਹੋ ਜਾਵੇ। ਜੇਕਰ ਅੱਜ ਮੰਨ ਲਓ ਕਿਸੇ ਮਨੁੱਖ ਨੂੰ ਸੱਪ ਲੜ ਜੇ, ਅੱਜ ਸੱਪ ਲੜ ਜੇ ਜਾਂ ਚਮਗਿੱਦੜ ਕਿਸੇ ਦੇ ਉੱਤੇ ਮਰ ਕੇ ਉਹਦਾ ਖੂਨ ਲੱਗ ਜੇ ਜਾਂ ਹੋਰ ਜ਼ਹਿਰੀਲੇ ਜਾਨਵਰ ਦਾ ਖੂਨ ਕਿਸੇ ਮਨੁੱਖ ਨੂੰ ਲੱਗ ਜੇ ਤਾਂ ਉਹਦੇ ਅੰਦਰ ਵਾਇਰਸ ਚਲਿਆ ਜਾਂਦਾ। ਜੇ ਸੱਪ ਕਿਸੇ ਨੂੰ ਅੱਜ ਲੜ ਜਾਂਦਾ ਤਾਂ ਉਹ ਸੱਪ ਦਾ ਵਾਇਰਸ ਉਸ ਮਨੁੱਖ ਦੇ ਅੰਦਰ ਚਲਿਆ ਜਾਂਦਾ। ਹਾਲੇਲੂਇਆ। ਤਾਂ ਇਸ ਕਰਕੇ ਮੇਰੇ ਜੀਜੋ, ਬਾਹਰੋਂ ਤਾਂ ਜ਼ਰੂਰ ਇਨਸਾਨ ਆਦਮੀ ਵਰਗਾ ਹੀ ਹੁੰਦਾ, ਪਰ ਉਹਦਾ ਜਿਹੜਾ ਖੂਨ ਆ, ਉਹਦਾ ਮਾਸ ਆ, ਉਹ ਸੱਪ ਦੇ ਖੂਨ ਤੇ ਸੱਪ ਦੇ ਮਾਸ ਨਾਲ ਮਿਕਸ ਹੋ ਜਾਂਦਾ, ਅੰਦਰੋਂ ਉਹ ਸੱਪ ਬਣ ਜਾਂਦਾ, ਸੱਪ ਦਾ ਵਾਇਰਸ ਉਹਦੇ ਵਿੱਚ ਚਲਿਆ ਜਾਂਦਾ। ਅੱਜ ਮੇਰੇ ਜੀਜੋ, ਇਸੇ ਤਰ੍ਹਾਂ ਇਹ ਕਰੋਨਾ ਵਾਇਰਸ ਉਦੋਂ ਤੋਂ ਚੱਲਿਆ ਆ ਜਦੋਂ ਸੱਪ ਨੇ ਫਲ ਨੂੰ ਇਸ਼ਾਰਾ ਕੀਤਾ ਜਾਂ ਸੱਪ ਨੇ ਫਲ ਨੂੰ ਤੋੜ ਕੇ ਅੰਮਾ ਹਵਾ ਨੂੰ ਦਿੱਤਾ ਤੇ ਉਸੇ ਘੜੀ ਛੂਹਣ ਦੇ ਨਾਲ, ਉਹ ਚੀਜ਼ ਖਾਣ ਦੇ ਨਾਲ ਉਹਨੂੰ ਕਰੋਨਾ ਵਾਇਰਸ ਉਦੋਂ ਦਾ ਹੋਇਆ। ਹਾਲੇਲੂਇਆ। ਇਸੇ ਕਰਕੇ ਅੱਜ ਅਸੀਂ ਪੜ੍ਹਦੇ ਹਾਂ, ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਤੇ ਪਾਪ ਸਾਰੇ ਮਨੁੱਖਾਂ 'ਚ ਫੈਲ ਗਿਆ ਤੇ ਮੌਤ ਆ ਗਈ ਤੇ ਮੌਤ ਸਾਰੇ ਮਨੁੱਖਾਂ ਦੇ ਵਿੱਚ ਫੈਲ ਗਈ। ਹਾਲੇਲੂਇਆ। ਸੋ ਮੇਰੇ ਜੀਜੋ, ਪਰਮੇਸ਼ਵਰ ਦਾ ਬਚਨ ਦੱਸਦਾ ਕਿ ਜਦ ਪ੍ਰਭੂ ਯਿਸੂ ਮਸੀਹ ਦੇਹ ਧਾਰਨ ਕਰਕੇ ਧਰਤੀ ਤੇ ਆਏ ਸਨ ਤਾਂ ਉਹਨਾਂ ਨੂੰ ਵੀ ਉਸੇ ਸੱਪ ਨੇ ਭਰਮਾਇਆ ਜਿਹੜਾ ਸੱਪ ਉਸ ਵਕਤ ਅਦਨ ਬਾਗ ਦੇ ਵਿੱਚ ਗਿਆ ਸੀ। ਆਪਾਂ ਇਹ ਜਾਣੀਏ, ਮੈਂ ਫਿਰ ਅਦਨ ਬਾਗ ਦਰਾਵਾਂ, ਪਰਮੇਸ਼ਰ ਸੁੱਤਾ ਨਹੀਂ ਸੀ ਵੀ ਸੱਪ ਚੋਰੀ ਚਲੇ ਗਿਆ। ਪਰਮੇਸ਼ਰ ਜਾਣਦਾ ਸੀ ਅਗਰ ਪਰਮੇਸ਼ਰ ਲੂਸੀਫਰ ਨੂੰ ਢਿੱਲਾ ਨਾ ਛੱਡਦਾ, ਸੱਪ ਨੂੰ ਐਂਟਰ ਨਾ ਕਰਨ ਦਿੰਦਾ ਤੇ ਉਹ ਗ੍ਰਸਤ ਯੋਗ ਨਾ ਬਣਦੇ, ਆਤਮਿਕ ਸ਼ਕਤੀ ਉਹਨਾਂ ਤੋਂ ਪਿੱਛੇ ਨਾ ਹਟਦੀ ਤੇ ਉਹਨਾਂ ਨੂੰ ਤੀਵੀਂ ਦਾ, ਇੱਕ ਦੂਜੇ ਦਾ, ਨੰਗੇ ਦਾ, ਨਾ ਢੱਕੇ ਦਾ ਪਤਾ ਨਾ ਲੱਗਦਾ, ਤਾਂ ਕਦੇ ਬੱਚੇ ਜੰਮ ਨਹੀਂ ਸੀ ਸਕਦੇ। ਇਸੇ ਕਰਕੇ ਜੰਮੇ ਬੱਚੇ ਜਿਹੜੇ ਆ ਉਹ ਜੰਮਣੇ ਸ਼ੁਰੂਆਤ ਹੋਏ, ਉਹਨਾਂ ਨੂੰ ਪਤਾ ਲੱਗਿਆ ਵੀ ਔਰਤ ਇਹ ਆ ਤੇ ਇਹ ਬੰਦਾ ਆ। ਉਹਨਾਂ ਨੇ ਆਪਸ ਵਿੱਚ ਗ੍ਰਸਤ ਵਿੱਚ ਜਾਣਾ ਸੀ ਤਾਂ ਬੱਚਿਆਂ ਦੀ ਨੀਂਹ ਧਰੀ ਜਾਣੀ ਸੀ। ਤਾਂ ਹੀ ਪਰਮੇਸ਼ਰ ਨੇ ਕਿਹਾ ਵਧੋ ਫੜੋ ਧਰਤੀ ਨੂੰ ਭਰ ਦਿਓ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਉਹਨਾਂ ਨੂੰ ਢਿੱਲੇ ਛੱਡਿਆ ਜਾਂ ਪਰਮੇਸ਼ਰ ਤੋਂ ਚੋਰੀ ਕਹਿਆ, ਪਰਮੇਸ਼ਰ ਨੂੰ ਪਤਾ ਨਹੀਂ ਲੱਗਾ। ਪ੍ਰਭੂ ਕਦੇ ਸੌਂਦਾ ਵੀ ਨਹੀਂ, ਕਦੇ ਗਲਾਉਂਦਾ ਵੀ ਨਹੀਂਗਾ ਔਰ ਕਦੇ ਵੀ ਕਿਸੇ ਕੰਮ 'ਚ ਬਿਜੀ ਨਹੀਂ ਹੁੰਦਾ ਕਿ ਕਿਸੇ ਕੰਮ ਦਾ ਧਿਆਨ ਨਾ ਰੱਖ ਸਕੇ। ਹਾਲੇਲੂਇਆ। ਜਦ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਏ ਸਨ, ਸ਼ੈਤਾਨ ਨੇ ਪ੍ਰਭੂ ਨੂੰ ਪਰਖਣਾ ਚਾਹਿਆ। ਜਦੋਂ 40 ਦਿਨ ਤੇ 40 ਰਾਤਾਂ ਦਾ ਵਰਤ ਰੱਖਿਆ ਸੀ ਪ੍ਰਭੂ ਯਿਸੂ ਨੇ, ਸ਼ੈਤਾਨ ਉਹਦੇ ਕੋਲ ਗਿਆ ਤਾਂ ਉਹਦੇ ਤੋਂ ਦੂਰ ਰਹਿ ਰਿਹਾ ਸੀ। ਸ਼ੈਤਾਨ ਦੂਰ ਰਹਿ ਰਿਹਾ ਸੀ। ਸ਼ੈਤਾਨ ਇਸ ਕਰਕੇ ਦੂਰ ਰਹਿੰਦਾ ਸੀਗਾ ਕਿ ਜੇਕਰ ਮੈਂ ਨੇੜੇ ਚਲੇ ਗਿਆ ਤਾਂ ਉਹਨਾਂ ਨੇ ਆਪਣੀ ਸਮਰੱਥਾ ਦੇ ਨਾਲ ਮੈਨੂੰ ਟੱਚ ਕਰਤਾ ਅਤੇ ਮੈਨੂੰ ਚੰਗਾ ਬੰਦਾ ਬਣਨਾ ਪੈਣਾ ਆ। ਹਾਲੇਲੂਇਆ। ਇਸ ਕਰਕੇ ਸੱਪ ਵੀ ਦੂਰ ਰਹਿ ਕੇ ਪ੍ਰਭੂ ਨਾਲ ਵਾਰਤਾਲਾਪ ਕਰ ਰਿਹਾ ਸੀ। ਤਾਂ ਪ੍ਰਭੂ ਯਿਸੂ ਮਸੀਹ ਆਪਣੀ ਜਗ੍ਹਾ ਤੇ ਖੜੇ ਸਨ, ਉਹ ਸੱਪ ਦੇ ਦਾਇਰੇ 'ਚ ਨਹੀਂ ਗਏ ਵੀ ਕਿਤੇ ਉਹ ਆਪਣੀ ਗਲਤ ਵਸਤੂ ਜਿਹੜੀ ਆ, ਗਲਤ ਆਪਣਾ ਜਰਾਸੀਨ ਗਲਾਸ ਦੇਵੇ, ਕਿਤੇ ਮੈਂ ਉਹਨਾਂ ਦੇ ਉੱਤੇ ਨਾ ਚਲਿਆ ਜਾਵਾਂ। ਹੋ ਸਕਦਾ, ਮੈਂ ਇੱਥੇ ਲਿਖਿਆ ਨਹੀਂ ਬਾਈਬਲ ਦੇ ਅੰਦਰ, ਮੇਰਾ ਆਤਮਿਕ ਵਿਚਾਰ ਆ, ਬਾਈਬਲ 'ਚ ਨਹੀਂ ਲਿਖੀਆਂ ਗੱਲਾਂ, ਮੇਰਾ ਆਤਮਿਕ ਵਿਚਾਰ ਆ ਕਿ ਹੋਰ ਇਸੇ ਤਰ੍ਹਾਂ ਸਾਨੂੰ ਉਹਨਾਂ ਨੇ ਵੀ ਬੇਸ਼ੱਕ ਆਪਸ ਵਿੱਚ
ਉਹ ਇੱਕ ਦੂਜੇ ਦੇ ਵਿਰੋਧ ਵਿੱਚ ਸਨ। ਉਹਨਾਂ ਨੇ ਫਰਕ ਵਿੱਚ ਰਹਿਣਾ ਸਿਖਾਇਆ। ਅੱਜ ਸਾਨੂੰ ਫਰਕ ਵਿੱਚ ਰਹਿਣਾ, ਫਰਕ ਵਿੱਚ ਬੈਠਣਾ ਦੱਸਿਆ ਆ ਕਿ ਜਿਵੇਂ ਕਹਿੰਦੇ ਵੀ 3 ਫੁੱਟ ਦੀ ਦੂਰੀ ਹੋਣੀ ਚਾਹੀਦੀ ਆ, ਔਰ ਮੂੰਹ ਦੇ ਉੱਤੇ ਮਾਸਕ ਬੰਨ੍ਹਣਾ ਹੋਣਾ ਚਾਹੀਦਾ। ਤਾਂ ਉਹ ਜਿਹੜਾ ਹੱਥਾਂ ਤੇ ਲਾਉਂਦੇ ਉਹ ਤੇਲ ਪਾਣੀ ਜਿਹਾ ਉਹ ਵੀ ਲਾਉਣਾ ਚਾਹੀਦਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਮੇਰੇ ਜੀਜੋ, ਅਗਰ ਬੱਚਾ ਜਨਮ ਲੈਂਦਾ ਆ ਤਾਂ ਆਦਮੀ ਤੀਵੀਂ ਜਦੋਂ ਇਕੱਠੇ ਹੁੰਦੇ ਨੇ, ਉਹਨਾਂ ਦੇ ਵਾਇਰਸ ਇੱਕ ਦੂਸਰੇ ਦੇ ਜੀਵਨ ਚ ਐਂਟਰ ਕਰਦੇ ਆ ਤੇ ਤਾਂ ਬੱਚਾ ਪੈਦਾ ਹੁੰਦਾ। ਹਾਲੇਲੂਇਆ। ਇਸੇ ਤਰ੍ਹਾਂ ਜੇਕਰ ਕਿਸੇ ਜੀਵਨ ਦੇ ਅੰਦਰ, ਕਿਸੇ ਰਾਜ ਵਿੱਚ, ਕਿਸੇ ਲੈਬੋਰਟਰੀ ਦੇ ਅੰਦਰ ਕੋਈ ਗਲਤ ਵਸਤੂ ਉੱਥੇ ਹੈਗੀ ਆ, ਉਹਨੂੰ ਚੈੱਕ ਕੀਤਾ ਜਾ ਰਿਹਾ, ਤੇ ਉਹ ਗਲਤ ਜਿਹੜੀ ਜਿਹਨੂੰ ਟੱਚ ਕੀਤਾ ਜਾਊਗਾ, ਕੋਈ ਡਾਕਟਰ ਦਾ ਹੱਥ ਟੱਚ ਕਰ ਜਾਊਗਾ, ਜਾਂ ਉਹਦਾ ਪੈਰ ਟੱਚ ਕਰ ਜਾਊਗਾ, ਜਾਂ ਉਹਦੀ ਬੋਡੀ ਕਿਸੇ ਜਗ੍ਹਾ ਟੱਚ ਕਰ ਜੂਗੀ, ਉਹ ਗੰਦਾ ਵਾਇਰਸ ਡਾਕਟਰ ਦੇ ਜੀਵਨ ਚ ਆ ਜਾਊਗਾ, ਤੇ ਡਾਕਟਰ ਤੋਂ ਜਿਨ੍ਹਾਂ ਨੂੰ ਉਹ ਮਿਲੂਗਾ ਉਹਨਾਂ ਚ ਚਲਿਆ ਜਾਊਗਾ ਉਹ ਗੰਦਾ ਵਾਇਰਸ। ਉਹਨੂੰ ਅਸੀਂ ਮਹਾਮਾਰੀ ਅੱਜ ਕਰੋਨਾ ਕਹਿੰਦੇ ਆ। ਕਰੋਨਾ ਵਾਇਰਸ ਮੇਰੇ ਜੀਜੋ ਸ਼ੁਰੂ ਤੋਂ ਹੀ ਚੱਲਦਾ ਆਉਂਦਾ ਆ, ਪਰ ਜੇਕਰ ਅਸੀਂ ਬਚਾ ਕੇ ਰਵਾਂਗੇ, ਬਚ ਕੇ ਰਵਾਂਗੇ, ਕਾਨੂੰਨ ਦੇ ਵਿੱਚ ਰਵਾਂਗੇ, ਤਾਂ ਕਰੋਨਾ ਵਾਇਰਸ ਖਤਮ ਹੋ ਸਕਦਾ। ਸੋ ਇਸ ਕਰਕੇ ਪਵਿੱਤਰ ਬਾਈਬਲ ਦਾ ਸੰਦੇਸ਼ ਇਹ, ਅੱਜ ਦਾ ਵਿਸ਼ਾ ਇਹ ਸੀ ਕਿ ਪਰਮੇਸ਼ਵਰ ਦੇ ਬਚਨ ਦੀ ਅਣਆਗਿਆਕਾਰੀ ਕਰਨ ਤੋਂ ਹੀ ਆਦਮੀ ਨੂੰ ਸਜ਼ਾ ਮਿਲਦੀ ਆ, ਤੇ ਇੱਕ ਦੂਜੇ ਨੂੰ ਜਿਹੜਾ ਪਾਪ ਵਿੱਚ ਚਲਿਆ ਜਾਂਦਾ, ਜਦੋਂ ਦੂਜੇ ਨੂੰ ਛੂੰਹਦਾ ਤੇ ਉਹ ਪਾਪ, ਉਹ ਵਾਇਰਸ, ਉਹ ਗੰਦਗੀ ਦੂਜੇ ਵਿੱਚ ਵੀ ਚਲੀ ਜਾਂਦੀ ਆ, ਤੇ ਜਿੰਨੇ ਲੋਕਾਂ ਨੂੰ ਮਿਲਦੇ ਨੇ ਉਹਨਾਂ ਚੋਂ ਪਾਪ, ਉਹ ਵਾਇਰਸ ਚਲਿਆ ਜਾਂਦਾ, ਉਹ ਗੰਦਗੀ ਚਲੀ ਜਾਂਦੀ ਆ, ਉਹ ਰੋਗ ਤੇ ਉਹ ਬਿਮਾਰੀ, ਮਹਾਮਾਰੀ ਉਹਨਾਂ ਨੂੰ ਲੱਗ ਜਾਂਦੀ ਆ। ਹਾਲੇਲੂਇਆ। ਤਾਂ ਇਸ ਕਰਕੇ ਮੇਰੇ ਜੀਜੋ, ਪਰਮੇਸ਼ਰ ਸੁੱਤਾ ਨਹੀਂ ਸੀ, ਪਰਮੇਸ਼ਰ ਬੁਲਾਉਂਦਾ ਨਹੀਂ ਸੀ, ਪਰਮੇਸ਼ਵਰ ਕਿਸੇ ਬਿਜੀ ਨਹੀਂ ਸੀ। ਪ੍ਰਭੂ ਨੂੰ ਪਤਾ ਸੀ ਉਹਨੇ ਇਹ ਵਚਨ ਪੂਰਾ ਕਰਨਾ ਸੀ। ਉਹਨੇ ਲਿਖਿਆ ਕਿ ਉਹਨਾਂ ਨੂੰ ਆਸ ਦਿੱਤੀ, ਨਰ ਨਾਰੀ ਬਣਾਇਆ, ਉਹਨਾਂ ਕਿਹਾ ਵਧੋ ਤੇ ਫਲੋ, ਧਰਤੀ ਨੂੰ ਭਰ ਦਿਓ। ਸੰਤਾਨ ਨੂੰ ਜਨਮ ਦਿਵਾਉਣ ਵਾਸਤੇ ਇੱਕ ਵਸੀਲਾ ਬਣਿਆ ਸੀ, ਉਹ ਪਰਮੇਸ਼ਰ ਦਾ ਹੁਕਮ ਸੀ। ਹਾਲੇਲੂਇਆ, ਹਾਲੇਲੂਇਆ। ਤਾਂ ਇਸ ਕਰਕੇ ਮੇਰੇ ਜੀਜੋ, ਪ੍ਰਭੂ ਦਾ ਧੰਨਵਾਦ ਹੋ ਅੱਜ ਦੇ ਪਵਿੱਤਰ ਬਚਨ ਦੇ ਲਈ। ਇਹ ਚੈਨਲ ਜੋ ਜਿਸ ਤੇ ਅਸੀਂ ਅੱਜ ਆਪਾਂ ਲਾਈਵ ਹੋ ਰਹੇ ਹਾਂ, ਪ੍ਰਚਾਰ ਕੀਤਾ ਆ, ਪਾਸਟਰ ਜੇਸ ਪੱਟੀ FDK। ਸੋ ਇਹ ਚੈਨਲ ਦਾ ਨਾਮ ਆ, ਜਦੋਂ ਵੀ ਅਸੀਂ ਐਤਵਾਰ ਦੀ ਬੰਦਗੀ ਕਰਨੀ, ਅੱਗੇ ਪਿੱਛੇ ਬੰਦਗੀ ਕਰਨੀ ਆ ਤੁਸੀਂ, ਤਾਂ ਇਹ ਚੈਨਲ ਖੋਲ ਕੇ ਜਦੋਂ ਵੀ ਦੇਖੋ। ਅਜੇ 2-3 ਹਫ਼ਤੇ ਹੋਰ ਅਸੀਂ ਬਿਲਕੁਲ ਸਿੱਧਾ ਲਾਈਵ ਨਹੀਂ ਹੋਵਾਂਗੇ, ਕਿਉਂਕਿ ਇੰਟਰਨੈਟ ਦੇ ਵਿੱਚ ਕੋਈ ਨੁਕਸ ਆ। ਜਦੋਂ ਹੋਵਾਂਗੇ ਉਦੋਂ ਤੁਹਾਨੂੰ ਦੱਸਾਂਗੇ, ਉਸ ਵਕਤ ਸਿਰ ਹੋਵੇਗਾ। ਹੁਣ ਅਸੀਂ ਵੀਡੀਓ 3 ਵਜੇ ਤੱਕ ਅਪਲੋਡ ਕਰ ਦਿਆਂਗੇ, ਹਰ ਵੀਡੀਓ 3 ਵਜੇ ਤੱਕ ਅਪਲੋਡ ਹੋ ਜਾਏਗੀ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਸਾਰੀਆਂ ਸੰਤਾਂ ਨੂੰ ਔਰ ਸਾਰੇ ਮਸੀਹ ਲੋਕਾਂ ਨੂੰ ਤੇ ਸਾਰੇ ਧਰਮਾਂ ਵਾਲਿਆਂ ਨੂੰ ਬੇਨਤੀ ਆ ਕਿ ਸਾਰੇ ਜਾਣੇ ਆਪਾਂ ਧਰਮਾਂ ਦੇ ਵਿੱਚ ਨਹੀਂ ਵੰਡੇ ਜਾਣਾ, ਆਪਾਂ ਪੋਲੀਟੀਕਲ ਲੋਕਾਂ ਦੇ ਮਗਰ ਨਹੀਂ ਲੱਗਣਾ, ਤੇ ਰਾਜੇ ਵੀ ਸਿਆਸਤ ਨਾ ਕਰਨ। ਇਸ ਮਹਾਮਾਰੀ ਦੇ ਨਾਲ ਸਾਨੂੰ ਲੜਨਾ ਚਾਹੀਦਾ, ਤੇ ਸਾਨੂੰ ਸਾਰਿਆਂ ਨੂੰ ਪਰਮੇਸ਼ਵਰ ਦੇ ਸਾਹਮਣੇ, ਰੱਬ ਦੇ ਸਾਹਮਣੇ, ਪਰਮਾਤਮਾ ਦੇ ਸਾਹਮਣੇ, ਅਕਾਲ ਪੁਰਖ ਦੇ ਸਾਹਮਣੇ, ਪ੍ਰਭੂ ਯਿਸੂ ਦੇ ਸਾਹਮਣੇ ਪ੍ਰਾਰਥਨਾ ਕਰਨੀਆਂ ਚਾਹੀਦੀਆਂ ਕਿ ਮਹਾਮਾਰੀ ਕਰੋਨਾ ਜਿਹੜੀ ਆ ਇਹ ਚਲੀ ਜਾਵੇ। ਹਰ ਸਮੇਂ ਪ੍ਰਾਰਥਨਾ ਦੇ ਵਿੱਚ ਰਹਿਣ ਦੀ ਲੋੜ ਆ, ਇੱਕ ਦੂਜੇ ਦੇ ਤਰਸ ਕਰਨ ਦੀ ਲੋੜ ਆ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਸਭ ਨੂੰ ਆਸ਼ੀਸ਼ ਬਰਕਤ ਦੇਵੇ। ਆਮੇਨ। ਪ੍ਰਾਰਥਨਾ ਕਰ ਦਈਏ। ਸਰਵਸ਼ਕਤੀਮਾਨ ਸੱਚੇ ਜਿਉਂਦੇ ਪਰਮੇਸ਼ਵਰ, ਪਿਆਰੇ ਪ੍ਰਭੂ ਯਿਸੂ ਮਸੀਹ ਜੀ, ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪ੍ਰਭੂ, ਤੁਹਾਡੀਆਂ ਭਲਾਈਆਂ ਲਈ ਪਿਤਾ ਪਰਮੇਸ਼ਵਰ। ਅੱਜ ਦਾ ਜੋ ਪਵਿੱਤਰ ਬਚਨ ਪੜਿਆ ਗਿਆ ਪ੍ਰਭੂ, ਜਦ ਅਸੀਂ ਤੁਹਾਡੀ ਅਣਆਗਿਆਕਾਰੀ ਕਰਦੇ ਸਭ ਲੋਕ ਖੁਦਾਵਨ, ਉਦੋਂ ਪ੍ਰਭੂ ਜੀ ਤੁਹਾਡਾ ਕ੍ਰੋਧ ਭੜਕਦਾ। ਪ੍ਰਭੂ ਸਾਨੂੰ ਸਹੀ ਚੱਲਣ ਦੀ ਸ਼ਕਤੀ ਦੇ, ਸਾਨੂੰ ਪ੍ਰਾਰਥਨਾ ਬੇਨਤੀ ਰਹਿਣ ਦੀ ਸ਼ਕਤੀ ਦੇ ਪਿਤਾ ਪਰਮੇਸ਼ਵਰ, ਤਾਂ ਕਿ ਅਸੀਂ ਸਜ਼ਾ ਹੇਠੋਂ ਨਿਕਲ ਜਾਈਏ। ਪ੍ਰਭੂ ਇਹ ਕਰੋਨਾ ਵਾਇਰਸ ਵਾਸਤੇ, ਦੁਨੀਆ ਭਰ ਵਾਸਤੇ, ਵਿਸ਼ਵ ਭਰ ਵਾਸਤੇ ਬੇਨਤੀ ਪ੍ਰਭੂ ਜੀ, ਰਾਜਿਆਂ ਨੂੰ ਸਮਝਦੇ ਤੇ ਸੰਗਤ ਭਗਤੀ ਕਰਨ ਵਾਲਿਆਂ ਨੂੰ, ਪਾਠ ਪੂਜਾ ਕਰਨ ਵਾਲਿਆਂ ਨੂੰ ਸਮਝਦੇ ਪ੍ਰਭੂ, ਜਿੱਥੇ ਜਿੱਥੇ ਪਾਠ ਪੂਜਾ ਬੰਦਗੀਆਂ ਕਰ ਰਹੇ ਨੇ ਆਪਣੇ ਆਪਣੇ ਘਰਾਂ ਮਹੱਲਿਆਂ 'ਚ ਪ੍ਰਭੂ ਜੀ, ਸਭ ਪ੍ਰਾਰਥਨਾ ਕਰਨ ਤੁਹਾਡਾ ਪੁੱਤਰ ਆਤਮਾ ਕਾਰਜ ਕਰੇ ਪ੍ਰਭੂ। ਸਭ ਦੁਨੀਆ ਤੇ ਤਰਸ ਕਰੋ, ਰਾਜੇ ਮਹਾਰਾਜੇ ਨੂੰ ਬਖਸ਼ਿਸ਼ ਕਰੋ ਪ੍ਰਭੂ। ਤੁਹਾਡਾ ਆਤਮਾ ਉਹਨਾਂ ਦੇ ਜੀਵਨ 'ਚ ਕੰਮ ਕਰੇ, ਪਬਲਿਕ ਦੀ ਦੇਖਭਾਲ ਕਰ ਸਕਣ ਪ੍ਰਭੂ, ਹਰ ਇੱਕ ਨੂੰ ਉੱਚੇ ਨੀਵੇਂ ਬਰਾਬਰ ਸਮਝ ਸਕਣ ਪਿਤਾ ਪਰਮੇਸ਼ਵਰ। ਪੱਖਪਾਤ ਨਾ ਹੋਵੇ ਪ੍ਰਭੂ। ਬੇਨਤੀ ਕਰਦੇ ਜਿੰਨੀ ਕਲੀਸਿਆ ਸੁਣਦੀ ਆ ਪ੍ਰਭੂ, ਜੋ ਸੁਣ ਰਹੇ ਨੇ, ਜਿਸ ਘਰ ਦੇ ਅੰਦਰ ਬਚਨ ਪ੍ਰਭੂ, ਸਾਰੇ ਭੈਣਾਂ ਭਰਾਵਾਂ, ਬੱਚੇ ਬਜ਼ੁਰਗਾਂ ਦੇ ਤੁਹਾਡੀ ਅਸ਼ੀਸ਼ੋ, ਮਾਂਦੀਆਂ ਪਰੇਸ਼ਾਨੀਆਂ, ਬੋਝ, ਟੈਨਸ਼ਨ ਜਾਂ ਸ਼ੈਤਾਨੀ ਤਾਕਤ ਰਾਤ ਨੂੰ ਦਬਾਅ ਪਾਉਂਦੀ, ਡਰਾਉਂਦੀ ਆ, ਉਹ ਦਰਦਾਂ, ਤਕਲੀਫਾਂ, ਕੰਮਾਂ ਕਾਰਾਂ ਦੇ ਵਿੱਚ ਰੁਕਾਵਟਾਂ, ਬਿਜ਼ਨਸ ਦੇ ਵਿੱਚ ਰੁਕਾਵਟਾਂ ਨੇ,
ਜਾਂ ਕਰੋਨਾ ਵਾਇਰਸ ਆਈ, ਸਾਰੀਆਂ ਰੁਕਾਵਟਾਂ, ਬੰਧਨ, ਮਹਾਮਾਰੀ, ਕਰੋਨਾ ਵਾਇਰਸ, ਪਿਆਰੇ ਪ੍ਰਭੂ ਯਿਸੂ ਤੁਹਾਡੇ ਸਾਮਰਥੀ ਨਾਮ ਚ ਇੱਕਦਮ ਨਿਕਲ ਜਾਏ। ਹਾਲੇਲੂਇਆ पवित्र आत्मा अभिषेक कर, ਹਾਲੇਲੂਇਆ पवित्र आत्मा अभिषेक कर, हालेलुया। पवित्र आत्मा अभिषेक कर। हालेलुया। प्रभु यीशु दे सामर्थी नाम दे विच हालेलुया। सब ਨੂੰ शांति आशीष मिल जे, शिफा मिले। प्रभु ਤਰਸ ਕਰੋ, ਸਭ ਦਾ ਰੋਟੀ ਪਾਣੀ ਪੂਰਾ ਕਰਨ ਚ ਮਦਦ ਕਰੋ, ਸਭ ਨੂੰ ਚੰਗਾਈ ਦਿਓ। ਕਰੋਨਾ ਵਾਇਰਸ ਨੂੰ ਖਤਮ ਕਰਨ ਲਈ ਬੇਨਤੀਆਂ ਸੁਣੋ ਤੇ ਤਰਸ ਕਰੋ ਸਾਡੇ ਸਾਰੀ ਦੁਨੀਆ ਦੇ ਪ੍ਰਭੂ ਜੀ। ਤੁਹਾਡਾ ਧੰਨਵਾਦੀਆਂ ਪ੍ਰਾਰਥਨਾ ਸੁਣਨ ਦੇ ਲਈ ਮੰਗਦੇ ਪਿਆਰੇ ਪ੍ਰਭੂ ਯਿਸੂ ਦੇ ਸਾਮਰਥੀ ਔਰ ਪਵਿੱਤਰ ਨਾਮ ਦੇ ਵਿੱਚ, ਆਮੀਨ। ਆਮੀਨ। ਜੈ ਮਸੀਹ ਦੀ। ਧੰਨਵਾਦ ਹੋ ਪਿਆਰੇ ਪ੍ਰਭੂ ਯਿਸੂ ਦਾ।